ਗੱਲ ਅੱਜ ਚੌਧਰ ਦੀ ਅਤੇ ਕੜਮ ਚੌਧਰੀਆਂ ਦੀ। ਚੌਧਰ ਦੀ ਲੜਾਈ ਦੇ ਵਿੱਚ ਵੱਡੇ ਵੱਡੇ ਨੁਕਸਾਨ ਹੁੰਦੇ ਸਭ ਨੇ ਵੇਖੇ ਹੋਣਗੇ, ਪਰ ਜਦੋਂ ਗੁਰੂ ਘਰ ਦੇ ਵਿੱਚ ਹੀ ਚੌਧਰ ਨੂੰ ਲੈ ਕੇ ਝੜਪ ਹੋ ਜਾਵੇ ਤਾਂ ਫਿਰ ਕੀ ਕੀਤਾ ਜਾਵੇ। ਫਰੀਦਕੋਟ ਤੋਂ ਸਾਹਮਣੇ ਆਈਆਂ ਤਸਵੀਰਾਂ ਦੇ ਨਾਲ ਸੋਸ਼ਲ ਮੀਡੀਆ ਭਰਿਆ ਪਿਆ ਹੈ। ਲੋਕਾਂ ਦੇ ਗੁੱਸੇ ਭਰੇ ਕਮੈਂਟ ਦੱਸ ਰਹੇ ਨੇ ਕਿ ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਹੋਈ ਲੜਾਈ ਤੋਂ ਸੰਗਤ ਕਿੰਨੀ ਦੁਖੀ ਹੈ। ਪਰ ਸਵਾਲ ਹੈ ਕਿ ਜੋ ਲੋਕ ਲੜ ਰਹੇ ਸੀ ਉਹਨਾਂ ਨੂੰ ਕਾਨੂੰਨ ਤੋਂ ਲੈ ਕੇ ਰੱਬ ਤੱਕ ਦਾ ਜਾਂ ਸੰਗਤ ਦਾ ਕੋਈ ਡਰ ਨਹੀਂ ਸੀ ਕਿ ਇਹ ਮਰਿਆਦਾ ਦਾ ਪਾਠ ਪੜਾਉਣ ਵਾਲੇ ਇਹਨਾਂ ਕਥਿਤ ਧਰਮ ਦੇ ਠੇਕੇਦਾਰਾਂ ਨੂੰ ਮਰਿਆਦਾ ਦਾ ਕੋਈ ਖਿਆਲ ਨਹੀਂ ਸੀ। ਅੱਜ ਚਰਚਾ ਇਸ ਮੁੱਦੇ ਉੱਤੇ ਹੀ, ਇਸ ਕਰਕੇ ਕਿਉਂਕਿ ਇਹ ਤਸਵੀਰਾਂ ਕੋਈ ਵੀ ਦੁਬਾਰਾ ਦੇਖਣੀਆਂ ਨਹੀਂ ਚਾਹੁੰਦਾ। ਕੋਈ ਨਹੀਂ ਚਾਹੁੰਦਾ ਕਿ ਧਾਰਮਿਕ ਥਾਂ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਅੰਦਰ ਇਸ ਤਰੀਕੇ ਦਾ ਕੋਈ ਹੋਰ ਘਟਨਾਕ੍ਰਮ ਹੋਵੇ। ਹੁਣ ਸਵਾਲ ਇਹ ਹੈ ਕਿ ਜੇ ਹੋਇਆ ਤਾਂ ਕਿਉਂ ਹੋਇਆ, ਅੱਗੇ ਨੂੰ ਨਾ ਹੋਵੇ ਤਾਂ ਉਸ ਦੇ ਲਈ ਕੀ ਐਕਸ਼ਨ ਕੀਤਾ ਜਾਵੇ। ਹੁਣ ਸਵਾਲ ਹੈ ਕਿ ਐਕਸ਼ਨ ਕਰੇਗਾ ਕੌਣ, ਐਕਸ਼ਨ ਹੋਵੇਗਾ ਕੀ ਤੇ ਐਕਸ਼ਨ ਹੋਵੇਗਾ ਕਦੋਂ। ਅੱਜ ਇਸ ਮੁੱਦੇ ਉੱਤੇ ਹੀ ਚਰਚਾ ਕਰਾਂਗੇ ਕਿਉਂਕਿ ਮਰਿਆਦਾ ਦੇ ਉੱਤੇ ਇਹ ਚੌਧਰ ਭਾਰੀ ਪੈਂਦੀ ਹੋਈ ਨਜ਼ਰ ਜ਼ਰੂਰ ਆ ਰਹੀ ਹੈ। ਅਸੀਂ ਤਾਂ ਸੰਸਥਾਵਾਂ ਦੇ ਉੱਤੇ ਕਬਜ਼ੇ ਦੀ ਲੜਾਈ ਲੜਦੇ ਹਾਂ। ਇਹ ਗੋਲਕਾਂ ਸੰਭਾਲਦੇ, ਅਸੀਂ ਗੋਲਕਾਂ ਸੰਭਾਲਦੇ। ਇਹ ਨਹੀਂ ਚਾਹ ਹੈਗਾ ਅਸੀਂ ਪੰਥ ਦੀ ਸੇਵਾ ਕਰਦੇ। 15 ਸਤੰਬਰ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੀਤੀ ਇਹ ਭਵਿੱਖਬਾਣੀ ਸੱਚ ਹੋ ਗਈ ਹੈ ਤੇ ਭਵਿੱਖਬਾਣੀ ਸੱਚ ਕੀਤੀ ਹੈ। ਫਰੀਦਕੋਟ ਦੀ ਜਰਮਨ ਕਲੋਨੀ 'ਚ ਬਣੇ ਗੁਰਦੁਆਰਾ ਸਾਹਿਬ ਦੇ ਪਤਵੰਤੇ ਸੱਜਣਾ ਨੇ। ਰੌਲਾ ਏ ਪ੍ਰਧਾਨਗੀ ਅਤੇ ਗੋਲਕਾਂ ਦਾ। ਅੱਜ ਸਾਡੀਆਂ ਸੰਸਥਾਵਾਂ ਦੇ ਵਿੱਚ ਆਪੋ ਧਾਪੀ ਪਈ ਹੋਈ ਹੈ। ਇੱਕ ਕਹਿੰਦਾ ਮੈਂ ਵੱਡਾ, ਮੇਰੀ ਸੰਸਥਾ ਵੱਡੀ, ਮੇਰੇ ਅਧਿਕਾਰ ਵੱਡੇ, ਦੂਜੀ ਦੀ ਸੰਸਥਾ ਛੋਟੀ, ਦੂਜੇ ਦੇ ਅਧਿਕਾਰ ਛੋਟੇ। ਆਪਣੇ ਅਧਿਕਾਰ ਜਿਹੜੇ ਹੈ ਨਾ ਉਹਨੂੰ ਵੱਡਾ ਜਿਹੜਾ ਹੈ ਉਹ ਖਵਾਉਣ ਦੀ ਹੋੜ ਦੇ ਵਿੱਚ ਸਾਡੀਆਂ ਸੰਸਥਾਵਾਂ ਸੰਭਾਲਣ ਵਾਲੇ ਜਿਹੜੇ ਵਿਅਕਤੀ ਉਹ ਲੱਗੇ ਹੋਏ ਆ। ਕਬਜ਼ੇ ਦੀ ਲੜਾਈ ਹੋ ਰਹੀ ਹੈ, ਸੰਸਥਾਵਾਂ ਦੇ ਉੱਤੇ ਕਬਜ਼ੇ ਦੀ ਲੜਾਈ ਹੋ ਰਹੀ ਹੈ। ਪ੍ਰਧਾਨਗੀ ਕਹਿ ਲਓ ਜਾਂ ਫਿਰ ਚੌਧਰ, ਜਿਸ ਨੂੰ ਲੈ ਕੇ ਕੇਸਰੀ ਪੱਗਾਂ ਬੰਨੀ ਇਹ ਬਜ਼ੁਰਗ ਇੱਕ ਦੂਜੇ ਦੀ ਜਾਨ ਲੈਣ ਤੱਕ ਉਤਾਰੂ ਹੋ ਗਏ। ਨਾ ਪੱਗਾਂ ਦੀ ਪਰਵਾਹ, ਨਾ ਕੇਸਾਂ ਦੀ, ਨਾ ਸਿੱਖੀ ਦੀ, ਨਾ ਮਰਿਆਦਾ ਦੀ ਅਤੇ ਨਾ ਹੀ ਸਿਧਾਂਤਾਂ ਦੀ। ਚਾਹੀਦੀ ਹੈ ਤਾਂ ਸਿਰਫ ਅਤੇ ਸਿਰਫ ਚੌਧਰ। ਹਮਲਾ ਕਿਸਨੇ ਕੀਤਾ ਅਤੇ ਕੌਣ ਹਮਲਾਵਰ ਸੀ, ਮਸਲਾ ਇਹ ਨਹੀਂ। ਮਸਲਾ ਇਹ ਗੁਰੂ ਘਰ ਦਾ, ਉਸ ਦੀ ਮਰਿਆਦਾ ਦਾ ਅਤੇ ਸਿੱਖੀ ਸਿਧਾਂਤਾਂ ਦਾ। ਉਹੀ ਸਿਧਾਂਤ ਜਿਹੜੇ ਨਿਸ਼ਕਾਮ ਸੇਵਾ ਸਿਖਾਉਂਦੇ ਨੇ। ਪਰ ਗੁਰੂ ਘਰਾਂ ਦੇ ਚੌਧਰੀ ਕੀ ਕਰ ਰਹੇ ਨੇ, ਇਹ ਸਭ ਕੁਝ ਇਸ ਵੀਡੀਓ ਨੇ ਸਾਫ਼ ਕਰ ਦਿੱਤਾ ਹੈ। ਫਰੀਦਕੋਟ ਤੋਂ ਨਰੇਸ਼ ਸੇਠੀ, ਨਿਊਜ਼ 18 ਪੰਜਾਬ। ਸਿਰਫ 12 ਤੋਂ 13 ਸੈਕਿੰਡ ਦੀ ਵੀਡੀਓ ਹੈ ਔਰ 12 ਤੋਂ 13 ਸੈਕਿੰਡ ਦੀ ਵੀਡੀਓ ਨੇ ਸਭ ਕੁਝ ਦੱਸ ਦਿੱਤਾ ਕਿ ਬਸ ਗੱਲ ਪ੍ਰਧਾਨਗੀ ਦੀ ਹੀ ਹੈ। ਗੱਲ ਬਸ ਚੌਧਰ ਦੀ ਹੋਇਆ ਕਿ ਬਸ ਕਿਸੇ ਤਰੀਕੇ ਨਾਲ ਮਿਲ ਜਾਵੇ, ਤੇ ਜੇ ਨਹੀਂ ਮਿਲ ਰਹੀ ਸੀ ਜਾਂ ਫਿਰ ਜਿਸ ਨੂੰ ਮਿਲੀ ਹੋਈ ਸੀ ਉਹ ਛੱਡਣ ਨੂੰ ਤਿਆਰ ਨਹੀਂ ਸੀ ਤੇ ਉਸ ਤੋਂ ਬਾਅਦ ਇਹ ਸਭ ਕੁਝ ਹੋ ਗਿਆ। ਤੁਹਾਨੂੰ ਸੁਣਾਉਂਦੇ ਆ ਕਿ ਜਿਨ੍ਹਾਂ ਦੇ ਵਿਚਾਲੇ ਇਹ ਝੜਪ ਹੋਈ, ਇੱਕ ਸਾਬਕਾ ਪ੍ਰਧਾਨ ਹੈ, ਇੱਕ ਮੌਜੂਦਾ ਪ੍ਰਧਾਨ ਹੈ, ਇਹ ਸਭ ਕੀ ਕੁਝ ਹੁਣ ਤਰਕਦੇ ਰਹੇ ਨੇ। ਪਰ ਅੱਜ ਇਹਨਾਂ ਨੇ ਲਾਸਟ ਹੀ ਕਰਤੀ, ਧਾ ਕੇ ਮਿਣ ਕੇ ਫੋਨ ਕਰਕੇ ਇੱਕ ਦੂਜੇ ਨੂੰ। ਇੱਥੇ 8-10 ਬੰਦੇ ਆਏ ਆ, ਆਣ ਕੇ ਜਦੋਂ ਮੈਂ ਸੰਗਤਾਂ ਨੂੰ ਸੰਬੋਧਨ ਕੀਤਾ ਵੀ ਆਪਾਂ ਬਾਬਾ ਫਰੀਦ ਦਾ ਜਿਹੜਾ ਆਗਮਨ ਪੁਰਬ ਮਨਾਉਣਾ ਹੈ, ਤੇ ਉਹਦੇ ਵਿੱਚ ਰਹਿ ਗਿਆ। ਜਦੋਂ ਮੈਂ ਬਹਿ ਗਿਆ ਜਾ ਕੇ, ਠਾਣਾ ਸਿੰਘ ਮੇਰੇ ਸਿਰ ਤੇ ਖੜ ਕੇ ਜਾ ਕੇ ਕਹਿੰਦਾ ਤੂੰ ਮੇਰੇ ਬਾਰੇ ਬੋਲ ਕੁਛ। ਮੈਂ ਕਿਹਾ ਤੇਰੇ ਬਾਰੇ ਮੈਂ ਕੀ ਬੋਲਾਂ, ਮੇਰੇ ਬਾਰੇ ਬੋਲ ਤੂੰ ਕੁਛ। ਮੈਂ ਕਿਹਾ ਨਹੀਂ ਬੋਲਦਾ। ਉਦੋਂ ਉਹਦੇ ਪਿੱਛੇ ਬਾਂਸਾ ਭਾਅ ਹੋ ਗਿਆ, ਪਿੱਛੇ ਜੋਗਿੰਦਰ ਆ ਗਿਆ। ਬਾਂਸੇ ਭਾਅ ਦੇ ਇੱਥੇ ਪਤਾ ਨਹੀਂ ਕੋਈ ਕਿਰਚ ਸੀ ਜਾਂ ਉਹਦਾ ਮੁੰਡਾ ਪੁਲਿਸ 'ਚ, ਉਹਨੇ ਦਿੱਤੀ, ਉਹਨੇ ਸਰਕਾਰੀ ਜੀ ਇੱਕ ਚੀਜ਼ ਉਹ ਕੱਢ ਕੇ ਮੇਰੇ ਮਾਰਨ ਲੱਗਾ। ਪਿੱਛੋਂ ਸੰਗਤ ਆ ਗਈ, ਪੈ ਗਈ, ਉਹਨਾਂ ਨੇ ਫੜ ਲਈ। ਮੁੜ ਕੇ ਇਹਨਾਂ ਨੇ ਜਾ ਕੇ ਜਿਹੜੇ ਸ਼ਾਸਤਰ ਆ ਗੁਰਦੁਆਰਾ ਸਾਹਿਬ ਦੇ ਮੂਹਰੇ ਬਰਾਜਮਾਨ ਕੀਤੇ ਹੋਏ ਸੀ, ਜਿਹੜੇ ਸਾਰੇ ਸੰਤ ਸਜਾਏ ਹੋਏ ਸੀਗੇ, ਉਹ ਸ਼ਾਸਤਰਾਂ ਨੂੰ ਪੈ ਕੇ ਸ਼ਾਸਤਰ ਚੱਕ ਕੇ ਮਾਰਨ ਲੱਗੇ ਮੇਰੇ। ਸੰਗਤਾਂ ਨੇ ਕਿਸੇ ਨੇ ਬਾਹੋਂ ਫੜ ਕੇ ਉਹਨਾਂ ਦੇ ਕੋਲ ਹੀ ਸ਼ਾਸਤਰ ਸੀ, ਉਹਨਾਂ ਦੇ ਕੋਲ ਸਾਰਾ ਸਮਾਨ ਸੀ, ਪਹਿਲਾਂ ਉਹਨਾਂ ਕੋਲ ਸੀ। ਉਹਨਾਂ ਦੇ ਸ਼ਾਸਤਰ ਉਹਨਾਂ ਨੇ ਵੀ ਚੱਕੇ, ਉਹ ਉਹਨਾਂ ਨੇ ਘਟਤਾ ਉਹਨਾਂ ਨੇ ਕਿਸੇ ਨੇ ਨਹੀਂ ਕੀਤੀ। ਉਹਨਾਂ ਨੇ ਤੁਸੀਂ ਆਪ ਵੀਡੀਓ ਦੇ ਵਿੱਚ ਵੇਖੋ, ਜਿਹੜੇ ਉਹਨਾਂ ਕਿਰਪਾਨ ਉਹਦੇ ਭਜਨ ਸਿੰਘ ਦੇ ਹੱਥ 'ਚ, ਉਹ ਮਰੀ ਜਾਂਦਾ ਮੇਰੇ ਲੱਕ 'ਚ। ਤੇ ਆਪਣੇ ਮੈਨੂੰ ਇਹਨਾਂ ਨੇ ਤਿੰਨਾਂ ਜਣੇ ਥੱਲੇ ਸੁੱਟ ਲਿਆ। ਕਿਹਾ ਮੇਰੇ ਉਹਦੇ ਲੱਕ 'ਚ ਆਪਣੀਆਂ ਸੱਟਾਂ ਲੱਗੀਆਂ ਪਈਆਂ। ਅਸੀਂ ਚਾਹੁੰਦੇ ਜਿਹੜੀ ਸਾਡੇ ਇਹਨਾਂ ਨੇ ਸੱਟਾਂ ਲਾਈਆਂ, ਇਹਨਾਂ ਨੇ ਕੀਤੀ ਹੈ, ਇਹਨਾਂ ਦਾ ਆਪਣਾ ਇਹਨਾਂ ਦੇ ਕਾਰਵਾਈ ਬਣਦੀ ਕਰਨੀ ਚਾਹੀਦੀ ਹੈ। ਤੇ ਸ਼੍ਰੋਮਣੀ ਕਮੇਟੀ ਨੂੰ ਵੀ ਅਸੀਂ ਇਹ ਬੇਨਤੀ ਕਰਦੇ ਹਾਂ
ਕੇ ਆਣ ਕੇ ਇਹਦਾ ਪਤਾ ਕਰੋ ਵੀ ਇਹ ਸ਼ਰਾਬਾਂ ਪੀਂਦੇ ਜਾਂ ਨਹੀਂ ਪੀਂਦੇ। ਅੱਜ ਇਸ ਮੁੱਦੇ ਉੱਤੇ ਹੀ ਚਰਚਾ ਹੋਵੇਗੀ ਔਰ ਗੱਲਬਾਤ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਇਹ ਹੋਇਆ ਕਿਉਂ। ਔਰ ਜੋ ਜਥੇਦਾਰ ਸਾਹਿਬ ਦਾ ਬਿਆਨ ਇੱਕ ਦਿਨ ਪਹਿਲਾਂ ਹੀ ਆਇਆ ਸੀ, ਲੱਗ ਰਿਹਾ ਕਿ ਉਹ ਅਜਿਹੇ ਲੋਕਾਂ ਦੇ ਲਈ ਹੀ ਸੀ। ਉਸ ਬਿਆਨ ਤੋਂ ਬਾਅਦ ਵੀ ਨਹੀਂ ਸਮਝੇ ਕਿ ਆਖਿਰ ਇਹ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੀ ਕਰ ਰਹੇ ਨੇ। ਖੈਰ ਹੁਣ ਇੱਕ ਦੂਜੇ ਦੇ ਉੱਤੇ ਇਲਜ਼ਾਮ ਬੇਸ਼ੱਕ ਲਗਾਏ ਜਾ ਰਹੇ ਹੋਣ, ਪਰ ਧਿਆਨ ਤਾਂ ਕਿਸੇ ਵੀ ਨਹੀਂ ਰੱਖਿਆ। ਜੇ ਇੱਕ ਧਿਰ ਨੇ ਹਮਲਾ ਕੀਤਾ ਸੀ ਤਾਂ ਦੂਜੀ ਧਿਰ ਨੂੰ ਤਾਂ ਪਤਾ ਸੀ ਕਿ ਕੌਣ ਕਿੱਥੇ ਇਸ ਸਮੇਂ ਖੜਾ ਹੈ। ਖੈਰ ਕਿਸੇ ਨੇ ਤਾਂ ਸ਼ੁਰੂਆਤ ਕੀਤੀ ਹੋਣੀ ਹੈ, ਪਰ ਦੂਜੀ ਧਿਰ ਜਿਹੜੀ ਸ਼ੁਰੂਆਤ ਨਹੀਂ ਕਰਨ ਵਾਲੀ ਸੀ ਕਿ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਬਣਦੀ ਸੀ ਕਿ ਉਹ ਘੱਟੋ ਘੱਟ ਮਰਿਆਦਾ ਦਾ ਧਿਆਨ ਰੱਖਦੇ। ਗੁਰੂ ਘਰ ਦੇ ਅੰਦਰ ਉਹ ਖੜੇ ਹੋਏ ਨੇ। ਖੈਰ ਚਰਚਾ ਕਰਾਂਗੇ। ਜੋ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਐਕਸ਼ਨ ਕਦੋਂ, ਕਿਵੇਂ, ਕੌਣ ਕਰੇਗਾ, ਅੱਗੇ ਤੋਂ ਅਜਿਹੀ ਘਟਨਾ ਨਾ ਹੋਵੇ ਉਸ ਦੇ ਲਈ ਕੀ ਕਦਮ ਚੁੱਕਣ ਦੀ ਜ਼ਰੂਰਤ ਹੈ, ਵੱਖਰੇਵੇਂ ਕਿਉਂ ਨਜ਼ਰ ਆਉਂਦੇ ਨੇ, ਅੱਜ ਇਸ ਦੇ ਉੱਤੇ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਂਦੇ ਅੱਜ ਦੇ ਮਹਿਮਾਨਾਂ ਦੇ ਨਾਲ ਜਿਹੜੇ ਸਾਡੇ ਨਾਲ ਚਰਚਾ ਦੇ ਵਿੱਚ ਸ਼ਾਮਲ ਹੋ ਰਹੇ ਨੇ। ਸਾਡੇ ਨਾਲ ਭਾਈ ਰਾਮ ਸਿੰਘ ਜੀ ਜੁੜ ਰਹੇ ਨੇ, ਐਸਜੀਪੀਸੀ ਨੂੰ ਰਿਪਰੈਜ਼ੈਂਟ ਕਰਨਗੇ। ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਾਡੇ ਨਾਲ ਜਸਪ੍ਰੀਤ ਸਿੰਘ ਕਰਮ ਸਰ ਜੀ ਜੁੜ ਰਹੇ ਨੇ, ਡੀਐਸਜੀਐਮਸੀ ਨੂੰ ਰਿਪਰੈਜ਼ੈਂਟ ਕਰਨਗੇ। ਜਸਪ੍ਰੀਤ ਜੀ ਸਵਾਗਤ ਹੈ। ਸਾਡੇ ਨਾਲ ਬਲਜੀਤ ਸਿੰਘ ਦਾਦੂਵਾਲ ਜੀ ਜੁੜ ਰਹੇ ਨੇ, ਪ੍ਰਧਾਨ ਨੇ ਐਚਐਸਜੀਪੀਸੀ ਦੇ। ਦਾਦੂਵਾਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ। ਦਾਦੂਵਾਲ ਜੀ ਮੈਂ ਸ਼ੁਰੂਆਤ ਤੁਹਾਡੇ ਤੋਂ ਹੀ ਕਰਦਾ। ਇਹ ਤਸਵੀਰਾਂ ਤੁਸੀਂ ਵੀ ਦੇਖੀਆਂ ਹੋਣਗੀਆਂ, ਅੱਜ ਪੂਰਾ ਪੰਜਾਬ ਜਿੱਥੇ ਵੀ ਸੰਗਤ ਬੈਠੀ ਹੈ ਉਹਨਾਂ ਨੇ ਦੇਖੀਆਂ ਇਹ ਤਸਵੀਰਾਂ। ਕਿਵੇਂ ਦੇਖਦੇ ਹੋ ਇਹਨਾਂ ਤਸਵੀਰਾਂ ਨੂੰ? ਇੱਕ ਦਿਨ ਪਹਿਲਾਂ ਜਥੇਦਾਰ ਸਾਹਿਬ ਦੀ ਸਟੇਟਮੈਂਟ ਆਉਂਦੀ ਹੈ, ਕਹਿੰਦੇ ਗੋਲਕ ਤੇ ਕਬਜ਼ਿਆਂ ਦੇ ਪਿੱਛੇ ਹੀ ਪਏ ਨੇ ਸਾਰੇ, ਪੰਥ ਦੀ ਕਿਸੇ ਨੂੰ ਪਰਵਾਹ ਨਹੀਂ। ਤੁਸੀਂ ਕਿਵੇਂ ਦੇਖ ਰਹੇ ਹੋ ਇਹਨਾਂ ਤਸਵੀਰਾਂ ਨੂੰ? ਦੇਖੋ ਗੌਰਵ ਜੀ, ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਜਿਹੜੀ ਅੱਜ ਫਰੀਦਕੋਟ ਦੇ ਵਿੱਚ ਹੋਈ, ਜਰਮਨ ਕਲੋਨੀ ਦੇ ਵਿੱਚ। ਜਿਸ ਵੇਲੇ ਘਟਨਾ ਵਾਪਰੀ ਹੈ, ਮੈਨੂੰ ਉਸੇ ਵੇਲੇ ਉੱਥੋਂ ਫਰੀਦਕੋਟ ਦੇ ਜਿਹੜੇ ਸਿੰਘ ਨੇ ਸਾਡੇ ਮਿਲਾਪ ਵਾਲੇ, ਉਹਨਾਂ ਨੇ ਵੀਡੀਓ ਭੇਜ ਦਿੱਤੀਆਂ ਸੀਗੀਆਂ। ਉਸ ਤੋਂ ਬਾਅਦ ਉਹ ਐਸਐਸਪੀ ਫਰੀਦਕੋਟ ਦੇ ਕੋਲ ਕੰਪਲੇਂਟ ਵੀ ਲੈ ਕੇ ਗਏ ਸੀ ਮੇਰੇ ਨਾਲ ਵਿਚਾਰ ਕਰਨ ਤੋਂ ਬਾਅਦ। ਇਹ ਇੰਨੀ ਜ਼ਿਆਦਾ ਮੰਦਭਾਗੀ ਘਟਨਾ ਕਿ ਦੁਨੀਆ ਵਿੱਚ ਵਸਦੀਆਂ ਸਿੱਖ ਤੇ ਗੈਰ ਸਿੱਖ ਸ਼ਰਧਾਲੂ ਸੰਗਤਾਂ ਦੇ ਵੀ ਹਿਰਦੇ ਵਿਲੁੰਦਰੇ ਗਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਅੰਦਰ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿ ਗੁਰੂ ਸਾਹਿਬ ਦਾ ਸਨਮਾਨ ਕਿਸੇ ਨੇ ਵੀ ਨਹੀਂ ਰੱਖਿਆ। ਪ੍ਰਤੱਖ ਸਤਿਗੁਰਾਂ ਦੇ ਸਾਹਮਣੇ ਇਸ ਤਰੀਕੇ ਦੇ ਨਾਲ ਆਪਸ ਦੇ ਵਿੱਚ ਦਸਤਾਰਾਂ ਉਤਾਰਨੀਆਂ, ਦਾੜੀਆਂ ਕੇਸਾਂ ਦੀ ਬੇਅਦਬੀ ਕਰਨੀ, ਮਾਰ ਕੁਟਾਈ ਕਰਨੀ, ਇਹ ਬਹੁਤ ਹੀ ਮੰਦਭਾਗੀ ਘਟਨਾ। ਇਹਦੇ ਵਾਸਤੇ ਪਹਿਲੀ ਗੱਲ ਤਾਂ ਜਿਹੜੀ ਧਾਰਮਿਕ ਸਜ਼ਾ ਉਹਦੇ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਤੁਰੰਤ ਤਲਬ ਕਰਨਾ ਚਾਹੀਦਾ ਉਹਨਾਂ ਨੂੰ, ਜਿਹੜੇ ਵੀ ਉਹ ਸਾਰੇ ਉਸ ਵੀਡੀਓ ਦੇ ਵਿੱਚ ਆ ਰਹੇ ਆ, ਚਾਹੇ ਉਹ ਪ੍ਰਬੰਧਕ ਕਮੇਟੀ ਆ, ਚਾਹੇ ਇੱਕ ਧੜਾ ਜਾਂ ਦੂਜਾ ਧੜਾ, ਕਿਉਂਕਿ ਦੋਨੇ ਹੀ ਉਹਦੇ ਵਿੱਚ ਦੋਸ਼ੀ ਹੈ। ਜੇ ਇੱਕ ਨੇ ਸ਼ੁਰੂਆਤ ਕੀਤੀ, ਦੂਜੇ ਨੇ ਜਵਾਬ ਦਿੱਤਾ, ਤਾਂ ਗੁਰੂ ਸਾਹਿਬ ਦਾ ਸਨਮਾਨ ਕਿਸੇ ਨੇ ਵੀ ਨਹੀਂ ਰੱਖਿਆ। ਦੂਸਰੀ ਹੈਗੀ ਆ ਜਿਹੜੀ ਧਾਰਮਿਕ ਗੱਲ ਆ, ਉਹ ਤਾਂ ਹੈ ਸ੍ਰੀ ਅਕਾਲ ਤਖਤ ਸਾਹਿਬ ਕਾਨੂੰਨੀ ਕਾਰਵਾਈ ਤੇ ਆਪਣਾ ਧਾਰਮਿਕ ਕਾਰਵਾਈ। ਦੂਸਰਾ ਜਿਹੜਾ ਹੈਗਾ ਕਾਨੂੰਨੀ ਕਾਰਵਾਈ, ਉਹਦੇ ਵਾਸਤੇ ਫਰੀਦਕੋਟ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ, ਕਿਉਂਕਿ ਧਾਰਮਿਕ ਮਰਿਆਦਾ ਨੂੰ ਭੰਗ ਕਰਨ ਦਾ ਤੇ ਗੁਰੂ ਸਾਹਿਬ ਦਾ ਅਪਮਾਨ ਕਰਨ ਦਾ, ਸਿੱਖ ਭਾਵਨਾਵਾਂ ਭੜਕਾਉਣ ਦਾ ਮਸਲਾ, ਇਹਦੇ ਨਾਲ ਹਿਰਦੇ ਵਿਲੁੰਦਰੇ ਗਏ ਆ ਸੰਗਤਾਂ ਦੇ ਕਿ ਇਸ ਤਰ੍ਹਾਂ ਗੁਰੂ ਸਾਹਿਬ ਦਾ ਅਪਮਾਨ ਜਿਹੜਾ ਉੱਥੇ ਕੀਤਾ ਗਿਆ ਵਾ। ਤੇ ਇਹਦੇ ਵਾਸਤੇ ਦੋਨੇ ਤਰੀਕੇ ਦੇ ਨਾਲ ਇਹਨਾਂ ਨੂੰ ਸਜ਼ਾ, ਧਾਰਮਿਕ ਸਜ਼ਾ ਵੀ ਤੇ ਕਾਨੂੰਨੀ ਸਜ਼ਾ ਵੀ ਸਖਤ ਹੋਣੀ ਚਾਹੀਦੀ ਹੈ, ਤਾਂ ਕਿ ਅਗਾਂਹ ਤੋਂ ਦੂਜੇ ਲੋਕਾਂ ਨੂੰ ਸਬਕ ਮਿਲ ਸਕੇ। ਸਾਡੇ ਨਾਲ ਭਾਈ ਰਾਮ ਸਿੰਘ ਜੀ ਵੀ ਜੁੜੇ ਹੋਏ ਨੇ, ਐਸਜੀਪੀਸੀ ਨੂੰ ਰਿਪਰੈਜ਼ੈਂਟ ਕਰਨ ਨੇ। ਭਾਈ ਰਾਮ ਸਿੰਘ ਜੀ, ਐਸਜੀਪੀਸੀ ਇਸ ਦੇ ਉੱਤੇ ਕੀ ਕਦਮ ਚੁੱਕ ਰਹੀ ਹੈ? ਲੋਕ ਸਭ ਤੋਂ ਪਹਿਲਾਂ ਇਹੀ ਜਾਣਨਾ ਚਾਹੁੰਦੇ ਹੋਣਗੇ ਕਿ ਐਸਜੀਪੀਸੀ ਫਰੀਦਕੋਟ ਦੇ ਵਿੱਚ ਹੋਈ ਘਟਨਾ ਨੂੰ ਲੈ ਕੇ ਕੀ ਕੁਝ ਕਰ ਰਹੀ ਹੈ। ਗੌਰਵ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌਰਵ ਜੀ, ਅੱਜ ਫਰੀਦਕੋਟ ਦੇ ਗੁਰਦੁਆਰੇ ਦੇ ਵਿੱਚ ਜੋ ਇੱਕ ਬਹੁਤ ਦੁਖਦਾਈ ਔਰ ਮੰਦਭਾਗੀ ਘਟਨਾ ਵਾਪਰੀ ਹੈ, ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਏ ਉਨੀ ਥੋੜੀ ਹੈ। ਅੱਜ ਜੋ ਜਾਣਕਾਰੀ ਮਿਲੀ ਹੈ ਉਹਦੇ ਵਿੱਚ ਅੱਜ ਸੰਗਰਾਂਦ ਦੇ ਦਿਹਾੜੇ ਤੇ ਸਿੱਖ ਸੰਗਤਾਂ ਸਾਰੀਆਂ ਗੁਰਦੁਆਰਾ ਸਾਹਿਬ ਆਈਆਂ ਹੋਈਆਂ ਸੀ ਔਰ ਉੱਥੇ ਅਰਦਾਸ ਕਰਨ ਤੋਂ ਬਾਅਦ, ਹੁਕਮਨਾਮੇ ਤੋਂ ਬਾਅਦ ਪ੍ਰਸ਼ਾਦ ਵਰਤਿਆ ਹੈ। ਪ੍ਰਸ਼ਾਦ ਵਰਤਣ ਤੋਂ ਬਾਅਦ ਉਹਨਾਂ ਜਿਹੜੀਆਂ ਇੱਕ ਸਾਬਕਾ ਕਮੇਟੀ ਹੈ, ਇੱਕ ਮੌਜੂਦਾ ਕਮੇਟੀ ਹੈ, ਉਹਨਾਂ ਦੋਨਾਂ ਦੀ ਆਪਸ ਵਿੱਚ ਦੀ ਉੱਥੇ ਉਲਝੇ ਨੇ। ਉਸ ਤੋਂ ਉਲਝਣ ਤੋਂ ਬਾਅਦ ਉੱਥੇ ਇੱਥੋਂ ਤੱਕ ਚਲੇ ਗਏ ਨੇ, ਉਹਨਾਂ ਨੇ ਗੁਰੂ ਸਾਹਿਬ ਦੀ ਮਰਿਆਦਾ ਦਾ ਵੀ
ਕੋਈ ਖਿਆਲ ਨਹੀਂ ਰੱਖਿਆ ਹੈਗਾ। ਔਰ ਸਭ ਤੋਂ ਵੱਡੀ ਦੁਖਦਾਈ ਗੱਲ ਹੈ ਕਿ ਗੁਰੂ ਸਾਹਿਬ ਦੇ ਅੱਗੇ ਜਿਹੜੇ ਸ਼ਸਤਰ ਪਏ ਹੋਏ ਸੀ ਉਹੀ ਸ਼ਸਤਰ ਫੜ ਕੇ ਉਹਨਾਂ ਨੇ ਇੱਕ ਦੂਜੇ ਦੇ ਉੱਤੇ ਚਲਾਉਣੇ ਸ਼ੁਰੂ ਕਰ ਦਿੱਤੇ ਆ, ਜਿਹੜੀ ਕਿ ਨਾ ਕਾਬਲੇ ਬਰਦਾਸ਼ਤ ਜਿਹੜੀ ਇਹ ਗੱਲ ਹੈਗੀ ਆ, ਇਸ ਨੂੰ ਕੋਈ ਵੀ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ। ਸੋ ਮੈਂ ਸਮਝਦਾ ਹਾਂ ਕਿ ਇਸ ਦੇ ਨਾਲ ਹਜ਼ਾਰ ਜਿੱਥੇ ਸਮੁੱਚੇ ਸਿੱਖ ਜਗਤ ਦੇ ਜਿਹੜੇ ਹਿਰਦੇ ਉਹ ਬਲੂੰਦਰੇ ਗਏ ਆ। ਨਾਲ ਇਹ ਵੀ ਗੱਲ ਜ਼ਰੂਰ ਹੈ ਕਿ ਇਹ ਜਿਹੜੀਆਂ ਧਿਰਾਂ ਨੇ, ਇਹ ਦੋਨਾਂ ਧੜਿਆਂ ਦੀ ਜਿਹੜੀ ਲੜਾਈ ਹੈ, ਇਸ ਦੇ ਵਿੱਚ ਕੌਣ ਦੋਸ਼ੀ ਹੈ ਕੌਣ ਨਹੀਂ ਦੋਸ਼ੀ ਹੈਗਾ, ਇਹ ਦੋਨੇ ਧਿਰਾਂ ਦੋਸ਼ੀ ਨੇ। ਮੈਂ ਇਹਨਾਂ ਦੋਨਾਂ ਧਿਰਾਂ ਨੂੰ ਇਹਨਾਂ ਨੂੰ ਬਰੀ ਨਹੀਂ ਕਰ ਸਕਦਾ ਕੋਈ ਵੀ ਸਿੱਖ ਜਿਹੜਾ ਹੈਗਾ, ਕਿਉਂਕਿ ਜੇ ਇੱਕ ਧਿਰ ਦੇ ਉੱਤੇ ਵਾਰ ਹੋਇਆ ਸੀ ਦੂਜੀ ਧਿਰ ਉਸ ਨੂੰ ਬਚਾ ਕਰ ਸਕਦੀ ਸੀ, ਲੇਕਿਨ ਦੋਨਾਂ ਧਿਰਾਂ ਨੇ ਗੁਰੂ ਸਾਹਿਬ ਦੀ ਮਰਿਆਦਾ ਦਾ ਕੋਈ ਖਿਆਲ ਨਹੀਂ ਰੱਖਿਆ, ਗੁਰੂ ਘਰ ਦੀ ਮਰਿਆਦਾ ਦਾ ਕੋਈ ਖਿਆਲ ਨਹੀਂ ਰੱਖਿਆ। ਸੋ ਇਸ ਕਰਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ, ਜਿਹੜੇ ਸਾਡੇ ਉੱਥੇ ਮੌਜੂਦਾ ਲੋਕਲ ਕਮੇਟੀ ਦੇ ਮੈਂਬਰ ਨੇ ਬੀਬੀ ਗੁਰਿੰਦਰ ਕੌਰ ਜੀ, ਉਹਨਾਂ ਦੀ ਡਿਊਟੀ ਲਾਈ ਗਈ ਹੈ, ਉਹ ਪੜਤਾਲ ਕਰ ਰਹੇ ਨੇ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਸਬ ਕਮੇਟੀ ਬਣਾ ਦਿੱਤੀ ਗਈ ਹੈ, ਉਹ ਸਾਡੇ ਧਾਰਮਿਕ ਪ੍ਰਚਾਰਕ ਸਾਹਿਬਾਨ ਉੱਥੇ ਭੇਜੇ ਗਏ ਨੇ। ਇਹ ਸਾਰੀ ਪੜਤਾਲ ਕਰਕੇ ਜਿਹੜੀ ਹੈ ਕੱਲ ਤੱਕ ਜਿਹੜੀ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪਣਗੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਕੋਲੇ ਆਏਗੀ। ਤੁਹਾਨੂੰ ਲੱਗਦਾ ਕਿ ਐਸਜੀਪੀਸੀ ਦੀ ਕੋਈ ਜਵਾਬਦੇਹੀ ਬਣਦੀ ਹੈ ਇਹਦੇ ਵਿੱਚ ਭਾਈ ਰਾਮ ਸਿੰਘ ਜੀ? ਤੁਹਾਨੂੰ ਲੱਗਦਾ ਕਿ ਐਸਜੀਪੀਸੀ ਦੀ ਕੋਈ ਜਵਾਬਦੇਹੀ ਬਣਦੀ ਹੈ ਕਿ ਜੇ ਗੁਰੂ ਘਰ ਦੇ ਵਿੱਚ ਇਸ ਤਰੀਕੇ ਨਾਲ ਹੋ ਗਿਆ? ਦੇਖੋ ਇਹ ਲੋਕਲ ਕਮੇਟੀ ਦਾ ਗੁਰਦੁਆਰਾ ਹੈਗਾ, ਐਸਜੀਪੀਸੀ ਦਾ ਅਸੀਂ ਜੋ ਸਾਡੇ ਕੋਲੇ ਜਿਹੜੀ ਅਸੀਂ ਜੋ ਘਟਨਾ ਵਾਪਰੀ ਹੈਗੀ ਆ, ਅਸੀਂ ਉਹਦੇ ਉੱਤੇ ਜ਼ਰੂਰ ਸਖਤ ਤੋਂ ਸਖਤ ਐਕਸ਼ਨ ਲੈਣ ਦੇ ਹਾਮੀ ਹੈਗੇ ਆ। ਔਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਅਪੀਲ ਕਰਾਂਗੇ ਕਿ ਇਹਦੇ ਖਿਲਾਫ ਧਾਰਮਿਕ ਜਿਹੜੀ ਸਖਤ ਤੋਂ ਸਖਤ ਕਾਰਵਾਈ ਆ ਉਹ ਵੀ ਹੋਣੀ ਚਾਹੀਦੀ ਹੈ। ਔਰ ਜਿਹੜੀਆਂ ਉੱਥੋਂ ਦੀਆਂ ਸਿੱਖ ਸੰਗਤਾਂ ਨੇ, ਮੈਂ ਉਹਨਾਂ ਨੂੰ ਵੀ ਅਪੀਲ ਕਰੂੰਗਾ ਕਿ ਸਿੱਖ ਸੰਗਤਾਂ ਜਿਹੜੀਆਂ ਨੇ, ਇਸ ਜਿਹੜਾ ਸਾਡੇ ਤੇ ਹਰ ਇੱਕ ਦੇ ਸਾਰੇ ਹਰੇਕ ਸਿੱਖ ਦੀ ਜ਼ਿੰਮੇਵਾਰੀ ਹੈ ਕਿ ਗੁਰੂ ਘਰ ਦੀ ਮਰਿਆਦਾ ਰੱਖੀ ਜਾਵੇ। ਸਿੱਖ ਸੰਗਤਾਂ ਵੀ ਜਿਹੜੀਆਂ ਅਵੇਅਰ ਹੋਣ ਔਰ ਇਹਨਾਂ ਦੋਨਾਂ ਧਿਰਾਂ ਨੂੰ ਇਸ ਗੁਰਦੁਆਰੇ ਦੇ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਔਰ ਜਿਹੜਾ ਅਗਲਾ ਪ੍ਰਬੰਧ ਹੈ ਉਹ ਉੱਥੋਂ ਦੇ ਨਵੇਂ ਪ੍ਰਬੰਧਕਾਂ ਨੂੰ ਉਹ ਦੇਣਾ ਚਾਹੀਦਾ ਸਿੱਖ ਸੰਗਤਾਂ ਦੀ, ਕਿਉਂਕਿ ਸਿੱਖ ਸੰਗਤਾਂ ਜਿਹੜੀਆਂ ਲੋਕਲ ਹੁੰਦੀਆਂ ਨੇ ਉਹਨਾਂ ਨੇ ਕਮੇਟੀ ਚੁਣਨੀ ਹੁੰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹ ਪ੍ਰਬੰਧ ਅਧੀਨ ਗੁਰਦੁਆਰਾ ਨਹੀਂ ਹੈ। ਸੋ ਇਸ ਕਰਕੇ ਅਸੀਂ ਇਹ ਜ਼ਰੂਰ ਕਹਿਣਾ ਚਾਹੁੰਦੇ ਹਾਂ, ਅਕਾਲ ਤਖਤ ਸਾਹਿਬ ਦੇ ਜੱਜ ਨੂੰ ਮੈਂ ਜ਼ਰੂਰ ਅਪੀਲ ਕਰੂੰਗਾ ਕਿ ਇਹ ਤੇ ਸਖਤ ਤੋਂ ਸਖਤ ਕਾਰਵਾਈ, ਧਾਰਮਿਕ ਸਜ਼ਾਵਾਂ ਜਿਹੜੀਆਂ ਨੇ ਉਹ ਦਿੱਤੀਆਂ ਜਾਣ, ਤੇ ਨਾਲ ਜਿਹੜੀ ਕਾਨੂੰਨੀ ਕਾਰਵਾਈ ਵੀ ਹੈ। ਮੈਂ ਸਮਝਦਾ ਕਿ ਇਹਦੇ ਨਾਲ ਕੀ ਹੋਇਆ ਕਿ ਸਮੁੱਚੇ ਸਿੱਖ ਜਗਤ ਦਾ ਸਿਰ ਨੀਵਾਂ ਹੋਇਆ, ਔਰ ਜਿਹੜੇ ਸਾਹਮਣੇ ਸ਼ਸਤਰ ਪਏ ਸੀ ਉਹਨਾਂ ਦਾ ਵੀ ਇਹਨਾਂ ਸਿੱਖਾਂ ਨੇ ਨਹੀਂ ਧਿਆਨ ਰੱਖਿਆ। ਸੋ ਇਹ ਬਹੁਤ ਹੀ ਚਿੰਤਾਜਨਕ ਮਾਮਲਾ ਹੈ। ਮੈਂ ਇਸ ਕਰਕੇ ਇਸ ਨੂੰ ਕੋਈ ਵੀ, ਇਹ ਦੋਨਾਂ ਧਿਰਾਂ ਦੇ ਦੋਨੇ ਧੜੇ ਬਰਾਬਰ ਦੇ ਦੋਸ਼ੀ ਆ, ਇਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਲਾਜ਼ਮੀ ਤੌਰ ਤੇ ਆਪਾਂ ਸ਼ੁਰੂਆਤ ਤੋਂ ਜ਼ਿਕਰ ਕਰਦੇ ਆ ਰਹੇ ਹਾਂ। ਦਾਦੂਵਾਲ ਜੀ, ਜਿਹੜੀਆਂ ਨੁਮਾਇੰਦੇ ਜਥੇਬੰਦੀਆਂ ਹੈਗੀਆਂ ਨੇ ਪੰਜਾਬ ਦੇ ਵਿੱਚ, ਤੁਹਾਨੂੰ ਲੱਗਦਾ ਕਿ ਉਹਨਾਂ ਦੀ ਕੋਈ ਜਵਾਬਦੇਹੀ ਹੈ? ਐਸਜੀਪੀਸੀ ਕਹਿ ਰਹੀ ਹੈ ਕਿ ਡਾਇਰੈਕਟਲੀ ਗੁਰਦੁਆਰੇ ਦੀ ਪ੍ਰਬੰਧਕੀ ਜਿਹੜੀ ਐਸਜੀਪੀਸੀ ਦੇ ਅੰਡਰ ਨਹੀਂ ਆਉਂਦੀ ਸੀ, ਫਿਰ ਹੁਣ ਕਸੂਰਵਾਰ ਕਿਸ ਨੂੰ ਦੱਸਿਆ ਜਾਵੇ? ਦੇਖੋ ਗੌਰਵ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਗੁਰਦੁਆਰਾ ਨਹੀਂ ਹੈ, ਇਸ ਕਰਕੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਟਹਿਰੇ 'ਚ ਖੜਾ ਨਹੀਂ ਕਰ ਸਕਦੇ ਇਸ ਗੱਲ ਦੇ ਵਾਸਤੇ। ਇੱਥੇ ਲੋਕਲ ਪ੍ਰਬੰਧਕ ਕਮੇਟੀ ਹੈ। ਲੋਕਲ ਪੋਲਿਟਿਕਸ ਜਿਹੜੀ ਆ, ਮੈਨੂੰ ਜਿੱਥੋਂ ਤੱਕ ਖਬਰ ਮਿਲੀ ਹੈ ਕਿ ਉੱਥੇ ਜਿਹੜੀ ਲੋਕਲ ਪੋਲੀਟੀਕਲ ਪਾਰਟੀਆਂ ਦੀ ਲੜਾਈ ਆ, ਧੜਿਆਂ ਦੀ ਲੜਾਈ ਆ ਕਿ ਪਹਿਲਾਂ ਇੱਕ ਪਾਰਟੀ ਦਾ ਜਦੋਂ ਰਾਜ ਸੀ ਉਹਨਾਂ ਨੇ ਆਪਣੀ ਪ੍ਰਬੰਧਕ ਕਮੇਟੀ ਬਣਾਈ ਸੀ, ਸਰਕਾਰ ਚੇਂਜ ਹੋਈ ਤਾਂ ਹੁਣ ਦੂਸਰੀ ਪਾਰਟੀ ਆਪਣਾ ਉੱਥੇ ਪ੍ਰਬੰਧ ਕਰਨਾ ਚਾਹੁੰਦੀ ਆ, ਜਿਸ ਕਾਰਨ ਕਰਕੇ ਉੱਥੇ ਲੜਾਈ ਹੋਈ ਆ। ਤੇ ਇਸ ਕਾਰਨ ਕਰਕੇ ਜਿਹੜੀਆਂ ਤੁਸੀਂ ਸਿੱਖ ਜਥੇਬੰਦੀਆਂ ਜਾਂ ਸੰਸਥਾਵਾਂ ਦੀ ਗੱਲ ਕੀਤੀ ਹੈ, ਉਹਨਾਂ ਦੀ ਇੱਥੇ ਕੋਈ ਜ਼ਿੰਮੇਵਾਰੀ ਨਹੀਂ। ਹਾਂ, ਸਜ਼ਾਵਾਂ ਦਿਵਾਉਣ ਵਾਸਤੇ, ਇਸ ਦੀ ਨਿਖੇਧੀ ਕਰਨ ਲਈ, ਦੋਸ਼ੀਆਂ ਨੂੰ ਕਟਹਿਰੇ 'ਚ ਖੜਾ ਕਰਨ ਵਾਸਤੇ ਉਹਨਾਂ ਦੀ ਜ਼ਿੰਮੇਵਾਰੀ ਸਾਰਿਆਂ ਦੀ, ਹਰ ਇੱਕ ਸਿੱਖ ਦੀ ਬਣਦੀ। ਜੋ ਵੀ ਸ਼ਰਧਾਲੂ ਉੱਥੇ ਜਾਂਦਾ ਕਿ ਇਹਨਾਂ ਨੂੰ ਧਾਰਮਿਕ ਸਜ਼ਾ ਵਾਸਤੇ ਵੀ, ਵੈਸੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਲਿਖਤੀ ਸ਼ਿਕਾਇਤ ਜਿਹੜੀ ਉਹ ਮੰਗੀ ਜਾਂਦੀ, ਪਰ ਮੈਂ ਸਮਝਦਾ ਜਿਸ ਤਰ੍ਹਾਂ ਕੋਰਟਾਂ ਵੀ ਸੋ ਮੋਟੋ ਨੋਟਿਸ ਲੈਂਦੀਆਂ ਨੇ, ਇਸੇ ਤਰ੍ਹਾਂ ਇਹ ਤਾਂ ਸਾਰਾ ਕੁਝ ਸਾਹਮਣੇ ਮੀਡੀਆ ਦੇ ਰਾਹੀਂ ਆ ਚੁੱਕਾ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਖੁਦ ਨੋਟਿਸ ਲੈ ਕੇ ਉਹਨਾਂ ਦੋਨਾਂ ਧਿਰਾਂ ਨੂੰ ਤਲਬ ਕਰਨਾ ਚਾਹੀਦਾ ਤੇ ਸਖਤ ਤੋਂ ਸਖਤ ਧਾਰਮਿਕ ਸਜ਼ਾ ਜਿਹੜੀ ਆ ਉਹਨਾਂ ਨੂੰ ਲਾਉਣੀ ਚਾਹੀਦੀ ਆ। ਤੇ ਦੂਸਰਾ ਜਿਹੜਾ ਉੱਥੋਂ ਦੀਆਂ ਲੋਕਲ ਸੰਗਤਾਂ ਨੇ, ਉਹਨਾਂ ਨੇ ਐਸਐਸਪੀ ਫਰੀਦਕੋਟ ਤੱਕ ਪਹੁੰਚ ਕੀਤੀ ਆ। ਹੁਣ ਇਹ ਕਾਨੂੰਨ ਦਾ ਵੀ ਕੰਮ ਬਣਦਾ ਵਾ, ਇਹ ਪੁਲਿਸ ਪ੍ਰਸ਼ਾਸਨ ਦੀ ਵੀ ਡਿਊਟੀ ਬਣਦੀ ਆ ਕਿ ਉਹਨਾਂ ਨੂੰ ਕਟਹਿਰੇ 'ਚ ਖੜਾ ਕਰੇ, ਜੋ ਬਣਦੀ ਕਾਰਵਾਈ ਆ, ਬਣਦੀਆਂ ਧਾਰਾਵਾਂ ਦੇ ਸਹਿਤ ਉਹਨਾਂ ਤੇ ਮੁਕੱਦਮਾ ਦਰਜ ਹੋਣਾ ਚਾਹੀਦਾ ਤੇ ਉਹਨਾਂ ਨੂੰ ਜਿਹੜੀ ਸਜ਼ਾ ਵਾਲੇ ਪਾਸੇ ਜਿਹੜਾ ਹੈਗਾ ਉਹ ਤੋਰਨਾ ਚਾਹੀਦਾ, ਤਾਂ ਕਿ ਹੋਰਾਂ ਵਾਸਤੇ ਜਿਹੜਾ ਉਹ ਸਭ ਹੋ ਸਕੇ। ਬਿਲਕੁਲ ਲਾਜ਼ਮੀ ਤੌਰ ਤੇ ਹੁਣ ਸਬਕ ਕਿਵੇਂ ਹੋਏਗਾ, ਕਿਹੜੀ ਸਜ਼ਾ ਮਿਲਦੀ ਹੈ, ਉਸ ਦੇ ਉੱਤੇ ਨਜ਼ਰ ਹੋਏਗੀ। ਜਸਪ੍ਰੀਤ ਜੀ ਸਾਡੇ ਨਾਲ ਜੁੜ ਚੁੱਕੇ ਨੇ, ਡੀਐਸਜੀਐਮਸੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਜਸਪ੍ਰੀਤ ਜੀ, ਡੀਐਸਜੀਐਮਸੀ ਇਸ ਪੂਰੀ ਘਟਨਾਕ੍ਰਮ ਨੂੰ ਕਿਵੇਂ ਦੇਖਦੀ ਹੈ? ਦੇਖੋ, ਇੱਕ ਚੀਜ਼ ਕਲੀਅਰ ਹੋ ਰਹੀ ਹੈ ਕਿ ਐਸਜੀਪੀਸੀ ਦੇ ਅੰਡਰ ਇੱਕ ਗੁਰਦੁਆਰਾ ਸਾਹਿਬ ਨਹੀਂ ਆਉਂਦਾ,
ਤੇ ਹੁਣ ਕਿਵੇਂ ਤੁਸੀਂ ਇਸ ਪੂਰੇ ਘਟਨਾਕ੍ਰਮ ਨੂੰ ਦੇਖ ਰਹੇ ਹੋ ਜੋ ਫਰੀਦਕੋਟ ਦੇ ਵਿੱਚ ਵਾਪਰਿਆ ਹੈ? ਚਲੋ ਮੈਂ ਦੁਬਾਰਾ ਕੋਸ਼ਿਸ਼ ਕਰਦਾ ਕਿ ਉਹਨਾਂ ਦੇ ਨਾਲ ਗੱਲਬਾਤ ਹੋ ਸਕੇ। ਅਸੀਂ ਕੋਸ਼ਿਸ਼ ਦਰਅਸਲ ਇਸ ਸਮੇਂ ਇਹ ਕਰ ਰਹੇ ਹਾਂ ਕਿ ਵੱਖ-ਵੱਖ ਜਿਹੜੀਆਂ ਧਿਰਾਂ ਨੇ ਉਹਨਾਂ ਤੋਂ ਸਮਝ ਸਕੀਏ ਕਿ ਹੁਣ ਅਜਿਹੀਆਂ ਘਟਨਾਵਾਂ ਜਾਂ ਅਜਿਹੀਆਂ ਤਸਵੀਰਾਂ ਦੁਬਾਰਾ ਦੇਖਣ ਨੂੰ ਨਾ ਮਿਲਣ ਤਾਂ ਉਸ ਦੇ ਲਈ ਕੀ ਕਦਮ ਚੁੱਕਣ ਦੀ ਜ਼ਰੂਰਤ ਹੈ। ਮੈਂ ਇੱਕ ਵਾਰ ਫਿਰ ਤੋਂ ਭਾਈ ਰਾਮ ਸਿੰਘ ਦਾ ਰੁਖ ਕਰਦਾ। ਭਾਈ ਰਾਮ ਸਿੰਘ ਜੀ, ਕੋਈ ਨਾ ਕੋਈ ਤਾਂ ਫਿਰ ਨਿਯਮ ਬਣਾਉਣਾ ਹੋਏਗਾ, ਖਾਸ ਤੌਰ ਤੇ ਉਹਨਾਂ ਗੁਰੂ ਘਰਾਂ ਦੇ ਲਈ ਜਿਨ੍ਹਾਂ ਦੀ ਪ੍ਰਬੰਧਕੀ ਸਿੱਧਾ ਐਸਜੀਪੀਸੀ ਦੇ ਅੰਡਰ ਨਹੀਂ ਹੈ, ਕਿ ਜਿਨ੍ਹਾਂ ਦੀ ਪ੍ਰਬੰਧਕੀ ਉੱਥੇ ਲੋਕਲ ਕੋਈ ਕਮੇਟੀ ਬਣਾ ਦਿੱਤੀ ਗਈ, ਜਿਵੇਂ ਫਰੀਦਕੋਟ ਦੇ ਵਿੱਚ ਸੀ ਇਸ ਗੁਰਦੁਆਰਾ ਸਾਹਿਬ ਦੀ, ਕਿਉਂਕਿ ਫਿਰ ਸਿੱਧੇ ਤੌਰ ਦੇ ਉੱਤੇ ਉੱਥੇ ਪ੍ਰਧਾਨਗੀ ਨੂੰ ਲੈ ਕੇ ਤਾਂ ਰੌਲਾ ਪਏਗਾ ਹੀ ਪਏਗਾ। ਫਿਰ ਮੈਂ ਸਿੱਧੇ ਸ਼ਬਦਾਂ ਦੇ ਵਿੱਚ ਕਹਾਂ ਕਿ ਗੋਲਕ ਦਾ ਰੌਲਾ ਤਾਂ ਫਿਰ ਹੁੰਦਾ ਹੀ ਹੈ, ਉਹੀ ਸਾਹਮਣੇ ਆ ਜਾਂਦਾ। ਹੁਣ ਜਿਹੜੇ ਇਹ ਪੂਰੇ ਘਟਨਾਕ੍ਰਮ ਦੇ ਵਿੱਚ ਸ਼ਾਮਲ ਸੀ ਉਹ ਬੇਸ਼ੱਕ ਨਾ ਮੰਨਣ, ਪਰ ਗੱਲ ਤਾਂ ਫਿਰ ਸਾਰੀ ਚੌਧਰ ਦੀ ਉਹ ਆ ਕੇ ਮੁੱਕਦੀ ਹੈ ਕਿ ਚੌਧਰ ਦੀ ਗੋਲਕ ਦੀ ਗੱਲ ਹੈ ਤੇ ਇਸ ਕਰਕੇ ਇਸ ਤਰੀਕੇ ਦੇ ਘਟਨਾਕ੍ਰਮ ਹੁੰਦੇ ਨੇ। ਗੌਰਵ ਜੀ, ਮੈਂ ਤੁਹਾਡੀ ਇਸ ਗੱਲ ਦੇ ਨਾਲ ਸਮੁੱਚੇ ਤੌਰ ਤੇ ਸਹਿਮਤ ਹਾਂ। ਆਵਾਜ਼ ਕੱਟੀ ਗਈ, ਆਵਾਜ਼ ਕੱਟੀ ਗਈ, ਤੁਹਾਡੀ ਆਵਾਜ਼ ਆ ਰਹੀ ਹੈ? ਆਵਾਜ਼ ਕੱਟੀ ਗਈ। ਹੈਲੋ, ਹਾਂਜੀ ਹਾਂਜੀ, ਤੁਹਾਡੀ ਆਵਾਜ਼ ਆ ਰਹੀ ਹੈ ਭਾਈ ਰਾਮ ਸਿੰਘ ਜੀ। ਹਾਂਜੀ ਗੌਰਵ ਜੀ, ਮੈਂ ਤੁਹਾਡੀ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਜਿਹੜਾ ਇਹ ਸਾਰਾ ਨਿਜ਼ਾਮ ਇਸ ਤਰ੍ਹਾਂ ਦਾ ਸਿੱਖ ਧਰਮ ਦੇ ਵਿੱਚ ਜਦ ਬਹੁਤ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ, ਚਿੰਤਾਜਨਕ ਜ਼ਰੂਰ ਹੈ। ਸਮੁੱਚਾ ਜਿਹੜਾ ਸਹੀ ਸਿੱਖ ਹੈਗੇ ਨੇ ਉਹ ਇਸ ਗੱਲ ਦੇ ਉੱਤੇ ਚਿੰਤਾਜਨਕ ਨੇ ਕਿ ਗੁਰਦੁਆਰਿਆਂ ਦੇ ਵਿੱਚ ਅਜਿਹੀਆਂ ਘਟਨਾਵਾਂ ਆਏ ਦਿਨ ਦੇਸ਼ ਵੀ ਵਿਦੇਸ਼ ਦੇ ਵਿੱਚ ਵੀ ਅਮੂਮਨ ਵਾਪਰ ਰਹੀਆਂ ਨੇ, ਜਿਨ੍ਹਾਂ ਦੇ ਕਰਕੇ ਸਿੱਖ ਧਰਮ ਦੀ ਜਿਹੜੀ ਆ ਉਹ ਹੇਠੀ ਹੁੰਦੀ ਹੈ, ਸਿੱਖ ਧਰਮ ਦੀ ਜਿਹੜੀ ਆ ਉਹਦੇ ਨਾਲ ਕਰਕੇ ਬਦਨਾਮੀ ਹੁੰਦੀ ਹੈ। ਔਰ ਮੈਂ ਇਹ ਜ਼ਰੂਰ ਸਮਝਦਾ ਕਿ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਇਹਨਾਂ ਗੱਲਾਂ ਨੂੰ ਰੋਕਿਆ ਕਿਵੇਂ ਜਾਵੇ, ਔਰ ਇਹਦੇ ਵਾਸਤੇ ਅਸੀਂ ਤਾਂ ਜ਼ਰੂਰ ਮਹਿਸੂਸ ਕਰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲਾਂ ਵੀ ਇਹ ਸੁਝਾਅ ਪੇਸ਼ ਕੀਤੇ ਸੀ ਔਰ ਸ੍ਰੀ ਅਕਾਲ ਤਖਤ ਸਾਹਿਬ ਨੇ ਵੀ ਇੱਕ ਵਾਰ ਹੁਕਮਨਾਮੇ ਵੀ 2 ਵਾਰ ਜਾਰੀ ਕਰ ਚੁੱਕਿਆ ਹੈ ਕਿ ਗੁਰਦੁਆਰਿਆਂ ਦੀ ਜਿਹੜੀ ਤਾਦਾਦ ਹੈ ਉਹ ਘਟਾਈ ਜਾਵੇ। ਗੁਰਦੁਆਰੇ ਜਿਹੜੇ ਆ ਉਹ ਬਹੁਤ ਗਿਣਤੀ ਦੇ ਵਿੱਚ ਜਿਹੜੇ ਬਣੇ ਹੋਏ ਨੇ ਉਹਨਾਂ ਦੀ ਗਿਣਤੀ ਘਟਾਈ ਜਾਵੇ ਔਰ ਪਿੰਡਾਂ ਦੇ ਵਿੱਚ ਜਿਹੜੇ ਗੁਰਦੁਆਰੇ ਨੇ ਉਹ ਇੱਕ ਇੱਕ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਹੋਏਗਾ ਤੇ ਜਿਹੜੀਆਂ ਅਜਿਹੀਆਂ ਘਟਨਾਵਾਂ ਨੂੰ ਉਹਨਾਂ ਦੇ ਉੱਤੇ ਕੰਟਰੋਲ ਕੀਤਾ ਜਾ ਸਕਦਾ, ਉਹਨਾਂ ਨੂੰ ਰੋਕਿਆ ਜਾ ਸਕਦਾ, ਉਹਨਾਂ ਦਾ ਪ੍ਰਬੰਧ ਚੰਗਾ ਹੋ ਸਕਦਾ ਹੈ। ਗੁਰਦੁਆਰੇ ਦੇ ਪ੍ਰਬੰਧ ਦੇ ਵਿੱਚ ਚੰਗੇ ਇਨਸਾਨ ਆ ਸਕਦੇ ਹੈਗੇ ਆ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੌਰਵ ਜੀ ਅਸੀਂ ਇੱਕ ਵਾਰ ਇਹ ਐਲਾਨ ਵੀ ਕੀਤਾ ਸੀ ਕਿ ਜਿਹੜਾ ਪਿੰਡ ਵੀ ਇਹ ਪਹਿਲ ਕਰੇਗਾ, ਜਿਹੜਾ ਆਪਣੇ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਸਥਾਪਨਾ ਕਰੇਗਾ, ਅਸੀਂ ਉਸ ਨੂੰ 2 ਲੱਖ ਰੁਪਏ ਉਸਦੇ ਸਨਮਾਨ ਵਜੋਂ ਦੇਵਾਂਗੇ ਉਸ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਔਰ ਉਸ ਪਿੰਡ ਦੀ ਪੰਚਾਇਤ ਨੂੰ। ਸੋ ਅਜਿਹੀ ਮੈਂ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਕਿ ਜਿਹੜੀਆਂ ਅਜਿਹੀਆਂ ਘਟਨਾਵਾਂ ਨੇ ਇਹ ਤਾਂ ਹੀ ਰੁਕ ਸਕਦੀਆਂ, ਰੋਕੀਆਂ ਜਾ ਸਕਦੀਆਂ ਨੇ। ਲੇਕਿਨ ਅੱਜ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਬਹੁਤ ਹਰ ਗਲੀ ਮਹੱਲੇ ਦੇ ਵਿੱਚ ਵੀ ਵੱਖਰੇ ਵੱਖਰੇ ਗੁਰਦੁਆਰੇ ਬਣੇ ਹੋਏ ਨੇ, ਵੱਖਰੇ ਵੱਖਰੇ ਤਾਦਾਦ ਦੇ ਵਿੱਚ ਗੁਰਦੁਆਰੇ ਜ਼ਿਆਦਾ ਉਹ ਬਣ ਕਰਕੇ ਆਪਸੀ ਜਿਹੜਾ ਟਕਰਾਅ ਹੈ ਸਿੱਖਾਂ ਦਾ ਉਹ ਇਸ ਗੱਲ ਨੂੰ ਜ਼ਿਆਦਾ ਵੱਧ ਰਿਹਾ ਹੈ। ਸੋ ਇਹ ਗੱਲ ਜਿਹੜੀ ਆ ਇਸ ਨੂੰ ਅਸੀਂ ਤਾਂ ਇਹੀ ਸ਼੍ਰੋਮਣੀ ਕਮੇਟੀ ਤਾਂ ਬੇਨਤੀ ਕਰ ਸਕਦੀ ਹੈ। ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਵੀ ਜਾਰੀ ਕੀਤਾ ਸੀ, ਲੇਕਿਨ 1 ਜਾਂ 2 ਪਿੰਡਾਂ ਸਾਰੇ 12,600 ਦੇ ਤਕਰੀਬਨ ਪਿੰਡ ਹੈ ਪੰਜਾਬ ਦਾ, ਉਹਨਾਂ ਦੇ ਵਿੱਚੋਂ ਤਕਰੀਬਨ 2 ਜਾਂ 3 ਪਿੰਡਾਂ ਦੇ ਵਿੱਚੋਂ ਸਾਡੇ ਕੋਲੇ ਇਹ ਸਿਰਫ ਇਹ ਆਈ ਸੀਗੀ ਜਿਹੜੀ ਮੰਗ ਸੀਗੀ ਕਿ ਅਸੀਂ ਉਹਨਾਂ ਨੂੰ ਔਰ ਜਾ ਕਰਕੇ ਉੱਥੇ ਇੱਕ ਗੁਰਦੁਆਰੇ ਦੀ ਸਥਾਪਨਾ ਜਿਹੜੀ ਸਮੁੱਚੀ ਸੰਗਤ ਦੇ ਸਹਿਮਤੀ ਦੇ ਨਾਲ ਕੀਤੀ ਗਈ ਸੀ ਔਰ ਉਹਨਾਂ ਨੂੰ 2 ਲੱਖ ਰੁਪਇਆ ਦਿੱਤਾ ਵੀ ਗਿਆ ਸੀ। ਸੋ ਮੈਂ ਇਹ ਜ਼ਰੂਰ ਬੇਨਤੀ ਕਰਨੀ ਚਾਹੁੰਦਾ ਕਿ ਆਉਣ ਵਾਲਾ ਸਮਾਂ ਜਿਹੜਾ ਸਾਡੇ ਵਾਸਤੇ ਬੜਾ ਚਿੰਤਾਤਮਕ ਹੈਗਾ। ਸਾਡੇ ਸਿੱਖਾਂ ਨੂੰ ਇਹ ਗੱਲ ਨੂੰ ਜ਼ਰੂਰ ਸੋਚਣਾ ਪਏਗਾ ਕਿ ਅਸੀਂ ਜੁੜ ਮਿਲ ਕੇ ਬੈਠ ਕੇ ਆਪਣੀ ਜਿਹੜੀ ਮਰਿਆਦਾ ਨੂੰ ਕਿਵੇਂ ਕਾਇਮ ਰੱਖਣਾ ਹੈ। ਉਹ ਆਪਣੀਆਂ ਚੌਧਰਤਾਈਆਂ ਆਪਣੀ ਸਿਆਸੀ ਭੁੱਖ ਨੂੰ ਪੂਰੀ ਕਰਨ ਵਾਸਤੇ ਹੋਰ ਬੜੇ ਸਾਧਨ ਹੈਗੇ ਆ, ਹੋਰ ਬੜੀਆਂ ਥਾਵਾਂ ਹੈਗੀਆਂ ਨੇ। ਗੁਰਦੁਆਰੇ ਦੇ ਵਿੱਚ ਆ ਕਰਕੇ ਗੁਰੂ ਦੇ ਆ ਕੇ ਸ਼ਾਂਤੀ ਲੈਣੀ ਚਾਹੀਦੀ ਹੈ, ਇੱਥੇ ਆ ਕਰਕੇ ਪਾਠ ਕਰਨਾ ਚਾਹੀਦਾ, ਇੱਥੋਂ ਗੁਰੂ ਦਾ ਉਪਦੇਸ਼ ਲੈ ਕਰਕੇ ਸਾਨੂੰ ਜਾਣਾ ਚਾਹੀਦਾ ਔਰ ਉਹ ਉਪਦੇਸ਼ ਸਾਨੂੰ ਜੀਵ ਬਾਣੀ ਦੇ ਆਧਾਰ ਤੇ ਸਾਨੂੰ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ। ਪ੍ਰਧਾਨਗੀ ਮਿਲਦੀ ਹੈ, ਮੈਂ ਉਹੀ ਕਹਿਣਾ ਇਹਨਾਂ ਨੂੰ ਲੱਗਦਾ ਕਿ ਇੱਥੇ ਆ ਕੇ ਪ੍ਰਧਾਨਗੀ ਮਿਲਦੀ ਹੈ ਤਾਂ ਬਸ ਜਦੋਂ ਪ੍ਰਧਾਨਗੀ ਦਿਖਣ ਲੱਗ ਗਈ ਤਾਂ ਫਿਰ ਸ਼ਾਇਦ ਕੁਝ ਦਿਖਦਾ ਨਹੀਂ। ਸਾਡੇ ਨਾਲ ਜਸਪ੍ਰੀਤ ਸਿੰਘ ਜੀ ਜੁੜ ਚੁੱਕੇ ਨੇ। ਜਸਪ੍ਰੀਤ ਜੀ, ਹੋਪਫੁਲੀ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ। ਜਸਪ੍ਰੀਤ ਜੀ, ਮੇਰੀ ਆਵਾਜ਼ ਆ ਰਹੀ ਹੈ? ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ ਜੀ? ਹਾਂਜੀ, ਤੁਹਾਡੀ ਆਵਾਜ਼ ਆ ਰਹੀ ਹੈ। ਜਸਪ੍ਰੀਤ ਜੀ, ਤੁਸੀਂ ਪਹਿਲਾਂ ਕਮੈਂਟ ਚਾਹੂੰਗਾ ਮੈਂ ਤੁਹਾਡੇ ਤੋਂ ਕਿਉਂਕਿ ਤੁਸੀਂ ਥੋੜਾ ਜਿਹਾ ਲੇਟ ਜੁੜੇ ਹੋ। ਕਿਵੇਂ ਦੇਖਦੇ ਹੋ ਇਸ ਪੂਰੇ ਘਟਨਾਕ੍ਰਮ ਜੋ ਫਰੀਦਕੋਟ ਦੇ ਵਿੱਚ ਹੋਇਆ ਹੈ? ਜਵਾਬਦੇਹੀ ਕਿਸ ਦੀ ਬਣਦੀ ਹੈ? ਸਿੱਧਾ ਜਿਹਾ ਸਵਾਲ।
ਜਵਾਬਦੇਹੀ ਜਿਹੜੇ ਦੋਨੋਂ ਧਿਰ ਨੇ ਉੱਥੇ ਜਿਹੜੇ ਕਿ ਚੱਲੇ ਸੀ ਗੁਰਦੁਆਰੇ ਸੇਵਾ ਕਰਨ ਵਾਸਤੇ, ਜੀ ਉਹਨਾਂ ਨੇ ਕੌਮ ਦਾ ਇੱਕ ਤੇ ਮਜ਼ਾਕ ਬਣਾ ਲਿਆ। ਮਗਰ ਕਿਹੜੀ ਸੇਵਾ ਅਸੀਂ ਕਰਨ ਚੱਲੇ ਸੀ ਉੱਥੇ ਜਿਹਦੇ ਕਰਕੇ ਅਸੀਂ ਕਿਰਪਾਨਾਂ ਚੱਕ ਲਈਆਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ। ਇਹਦਾ ਮਤਲਬ ਸੇਵਾ ਤਾਂ ਕੋਈ ਮੋਟੋ ਹੁੰਦਾ ਹੀ ਨਹੀਂ ਇਹਨਾਂ ਧਿਰਾਂ ਦਾ। ਇਹਨਾਂ ਦਾ ਧਿਰਾਂ ਦਾ ਕੇਵਲ ਪ੍ਰਧਾਨਗੀ ਚਮਕਾਉਣਾ, ਆਪਣੀ ਸਿਆਸੀ ਜ਼ਮੀਨ ਲੱਭਣਾ ਹੁੰਦਾ, ਜਿਹਦੇ ਕਰਕੇ ਸਾਡੀ ਕੌਮ ਦਾ ਨਾਮ ਖਰਾਬ ਹੁੰਦਾ। ਸਭ ਤੋਂ ਵੱਡੀ ਗੱਲ, ਜਦੋਂ ਇਹ ਧਿਰਾਂ ਇਸ ਤਰ੍ਹਾਂ ਲੜਦੀਆਂ ਨੇ ਤੇ ਜਿਹੜਾ ਉੱਥੇ ਦਾ ਇਲਾਕਾ ਹੁੰਦਾ, ਇਲਾਕੇ ਦੀ ਸੰਗਤ ਨੂੰ ਸਮਝਣਾ ਚਾਹੀਦਾ। ਜੇ ਇਲਾਕੇ ਦੀ ਸੰਗਤ ਇਹਨਾਂ ਦਾ ਸਾਥ ਨਾ ਦੇਵੇ ਕਿਸੇ ਦਾ, ਤੇ ਇਹਨਾਂ ਦੀ ਕੋਈ ਹਿੰਮਤ ਨਹੀਂ, ਜੁਰਤ ਨਹੀਂ ਕਿ ਇਸ ਤਰੀਕੇ ਨਾਲ ਇਹ ਗੁਰਦੁਆਰੇ ਦੇ ਵਿੱਚ ਇਸ ਤਰ੍ਹਾਂ ਦਾ ਸਿੱਖਾਂ ਦਾ ਮਜ਼ਾਕ ਬਣਾਉਣ। ਕਿਉਂਕਿ ਸਾਨੂੰ ਸਿੱਖਾਂ ਨੂੰ ਆਪਾਂ ਆਏ ਦਿਨ ਇਹੋ ਜਿਹੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਨੇ। ਸਿੱਖਾਂ ਨੂੰ ਮੈਂ ਬੇਨਤੀ ਕਰਦਾ ਕਿ ਆਪਣਾ ਆਗੂ ਚੁਣਨਾ ਸਿੱਖੋ, ਵੀ ਕਿਹਨੂੰ ਅਸੀਂ ਆਗੂ ਆਪਣਾ ਬਣਾਉਣ ਜਾ ਰਹੇ ਹਾਂ। ਜਦੋਂ ਅਸੀਂ ਆਪਣਾ ਆਗੂ ਆਪਾਂ ਜਦੋਂ ਚੁਣਨ ਲੱਗਦੇ ਹਾਂ, ਉਦੋਂ ਅਸੀਂ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਹਾਂ, ਤੇ ਜਦੋਂ ਅਸੀਂ ਆਗੂ ਚੁਣ ਲੈਂਦੇ ਹਾਂ ਤੇ ਉਦੋਂ ਆਪਣੀਆਂ ਅੱਖਾਂ ਖੋਲ ਲੈਂਦੇ ਹਾਂ। ਤੇ ਇਸ ਕਰਕੇ ਸਾਡੇ ਸਿਰਾਂ ਤੇ ਇਹੋ ਜਿਹੇ ਆਗੂ ਬੈਠ ਜਾਂਦੇ ਨੇ ਤੇ ਸਿੱਧਾ ਸਾਨੂੰ ਇਹੋ ਜਿਹਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਨਹੀਂ, ਤੁਹਾਡਾ ਇਸ਼ਾਰਾ ਕਿਹੜੇ ਪਾਸੇ ਹੈ? ਮੇਰਾ ਇਸ਼ਾਰਾ ਕਿ ਜਿਹੜਾ ਵੀ ਉੱਥੇ ਐਗਜ਼ਿਸਟਿੰਗ ਕਮੇਟੀ ਸੀਗੀ ਜੀ, ਉਹਨਾਂ ਦੇ ਵਿੱਚ ਤੇ ਜਿਹੜੀ ਉੱਥੇ ਮੌਜੂਦਾ ਓਪੋਜੀਸ਼ਨ ਉਹਨਾਂ ਦੀ ਗਈ ਹੈ, ਦੋਨਾਂ ਨੂੰ ਬੜੀ ਸਹਿਜ ਭਾਵਨਾ ਰੱਖਣੀ ਚਾਹੀਦੀ ਸੀਗੀ। ਕਿਉਂਕਿ ਜੇ ਤੁਹਾਡੀ ਸਹਿਜ ਭਾਵਨਾ ਹੀ ਨਹੀਂ, ਜੇ ਤੁਸੀਂ ਕਿਸੇ ਨੂੰ ਬਰਦਾਸ਼ਤ ਹੀ ਨਹੀਂ ਕਰ ਸਕਦੇ, ਸਿੱਖ ਨੂੰ ਦਾ ਅਗਰ ਦੁਸ਼ਮਣ ਬਣਿਆ ਬੈਠਾ ਤੇ ਆਪਾਂ ਕਿਹੜੀ ਸੇਵਾ ਕਰਨ ਚੱਲੇ ਆ ਗੁਰਦੁਆਰਿਆਂ ਦੇ ਵਿੱਚ। ਔਰ ਗੁਰਦੁਆਰੇ ਇੰਨੇ ਜ਼ਿਆਦਾ ਬਣ ਗਏ ਨੇ, ਔਰ ਇਹਨਾਂ ਗੁਰਦੁਆਰਿਆਂ ਤੇ ਲੋਕਲ ਜਿਹੜੇ ਕਮੇਟੀਆਂ ਦੇ ਅੰਡਰ ਨਹੀਂ, ਸ਼੍ਰੋਮਣੀ ਕਮੇਟੀ ਦੇ ਅੰਡਰ ਨਹੀਂ, ਉਹਨਾਂ ਤੇ ਕਿਸੇ ਦਾ ਵੀ ਕੰਟਰੋਲ ਨਹੀਂ ਹੈਗਾ। ਉੱਥੇ ਜਿਹਦਾ ਡੰਡਾ ਚੱਲ ਜਾਂਦਾ ਉਹ ਆਪਣੀ ਕਮੇਟੀ ਬਣਾ ਜਾਂਦਾ। ਫਿਰ ਪ੍ਰੋਬਲਮ ਤਾਂ ਉਹੀ ਨਜ਼ਰ ਆ ਰਹੀ ਹੈ ਕਿ ਜਿਨ੍ਹਾਂ ਦੇ ਉੱਪਰ ਕੰਟਰੋਲ ਨਹੀਂ, ਖਾਸ ਤੌਰ ਤੇ ਐਸਜੀਪੀਸੀ ਦਾ, ਤਾਂ ਉਹਨਾਂ ਦੇ ਵਿੱਚ ਇਸ ਤਰੀਕੇ ਦੀ ਦਿੱਕਤ ਜ਼ਿਆਦਾ ਆਉਂਦੀ ਹੈ ਜਾਂ ਫਿਰ ਆਉਣ ਦੀ ਉਮੀਦ ਰਹਿੰਦੀ ਹੈ। ਦਾਦੂਵਾਲ ਜੀ ਸਾਡੇ ਨਾਲ ਨੇ ਸਰ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਏਗੀ। ਮੈਂ ਸ਼ੁਰੂਆਤ ਤੋਂ ਜ਼ਿਕਰ ਕਰ ਰਿਹਾ ਕਿ ਐਕਸ਼ਨ ਕੀ ਹੋਵੇ ਤੇ ਕਦੋਂ ਕੌਣ ਕਰੇਗਾ, ਕਿ ਧਾਰਮਿਕ ਸਜ਼ਾ ਕੀ ਹੋਣੀ ਚਾਹੀਦੀ ਹੈ ਜਾਂ ਕੀ ਹੋਵੇ ਇਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੇ ਇਹ ਪੂਰਾ ਘਟਨਾਕ੍ਰਮ ਉੱਥੇ ਕੀਤਾ। ਗੌਰਵ ਜੀ, ਪਹਿਲੀ ਗੱਲ ਮੈਂ ਬੇਨਤੀ ਕਰਨੀ ਚਾਹੂੰਗਾ, ਮੈਂ ਨਾ ਇਸ ਵੇਲੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸ਼ਾਲੀਮਾਰ ਬਾਗ ਦਿੱਲੀ ਚ ਜੀ। ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਧਾਰਮਿਕ ਪ੍ਰੋਗਰਾਮ ਕੀਤੇ ਜਾ ਰਹੇ ਆ। ਧੰਨ ਲਿਖਾਰੀ ਨਾਨਕਾ ਦੇ ਨਾਮ ਇਹ ਭਾਈ ਕਰਮ ਸਰ ਵੀ ਉੱਥੇ ਪਹੁੰਚੇ ਹੋਏ ਆ। ਅਸੀਂ ਬਹੁਤਾ ਸਮਾਂ ਤੁਹਾਡੇ ਨਾਲ ਡਿਬੇਟ 'ਚ ਨਹੀਂ ਰਹਿ ਸਕਾਂਗੇ ਕਿਉਂਕਿ 8:30 ਵਜੇ ਮੈਂ ਗੁਰਬਾਣੀ ਦੀ ਕਥਾ ਵਿਆਖਿਆ ਇੱਥੇ ਕਰਨੀ ਆ। ਮੈਂ 2 ਮਿੰਟ ਤੁਹਾਡੇ ਲੈ ਕੇ ਤੇ ਤੁਹਾਡੇ ਤੋਂ ਖਿਮਾ ਮੰਗ ਲੈਣੀ ਹੈ। ਕਿ ਹਾਂ, ਮੇਰੀ ਬੇਨਤੀ ਇਹੀ ਹੈ ਕਿ ਧਾਰਮਿਕ ਸਜ਼ਾ ਤਾਂ ਇਹਨਾਂ ਨੂੰ ਜਿਹੜੀ ਲਾਉਣੀ ਹੈ ਸ੍ਰੀ ਅਕਾਲ ਤਖਤ ਸਾਹਿਬ ਨੇ ਲਾਉਣੀ, ਪਰ ਮੇਰੀ ਅਪੀਲ ਹੈ ਕਿ ਜਿਹੜੇ ਬੰਦੇ ਲੜੇ ਆ ਇਹਨਾਂ ਨੂੰ ਪ੍ਰਬੰਧ 'ਚ ਕਿਸੇ ਨੂੰ ਨਹੀਂ ਲੈਣਾ ਚਾਹੀਦਾ। ਜਿਹੜੇ ਬੰਦੇ ਉੱਥੇ ਲੜੇ ਨੇ, ਪੱਗਾਂ ਲਾਈਆਂ ਨੇ, ਦਾੜੇ ਪੁੱਟੇ ਆ ਔਰ ਗੁਰੂ ਸਾਹਿਬ ਦਾ ਨਰਾਦਰ ਕੀਤਾ, ਇਹਨਾਂ ਨੂੰ ਤਾਂ ਪ੍ਰਬੰਧ 'ਚ ਬਿਲਕੁਲ ਨਹੀਂ ਲੈਣਾ ਚਾਹੀਦਾ ਜੀ। ਅਕਾਲ ਤਖਤ ਸਾਹਿਬ ਵੱਲੋਂ ਉੱਥੇ ਜਿਹੜੀਆਂ ਸੰਗਤਾਂ ਲੋਕਲ ਉਹਨਾਂ ਨੂੰ ਬੁਲਾ ਕੇ ਇੱਕ ਸੇਵਾਦਾਰਾਂ ਦੀ ਕਮੇਟੀ ਬਣਾ ਦੇਣ। ਇਹ ਜਿਹੜੀ ਪੋਲੀਟੀਕਲ ਪਾਰਟੀਆਂ ਨੇ ਲੜਾਈ ਪਾਈ ਆ, ਗੁਰੂ ਸਾਹਿਬ ਦਾ ਨਰਾਦਰ ਕੀਤਾ, ਉਹਨਾਂ ਨੂੰ ਇਸ ਪ੍ਰਬੰਧ 'ਚੋਂ ਬਾਹਰ ਕਰ ਦੇਣਾ ਚਾਹੀਦਾ। ਤੇ ਮੈਨੂੰ ਲੱਗਦਾ ਕਿ ਸਾਰੀ ਇਲਾਕੇ ਦੀ ਸੰਗਤ ਵੀ ਇਸ ਗੱਲ ਨਾਲ ਸਹਿਮਤ ਹੋਵੇਗੀ। ਇੱਥੇ ਜਿਹੜੀ ਪੋਲੀਟਿਕਸ ਖੇਡੀ ਜਾ ਰਹੀ ਆ ਕਿ ਪਹਿਲਾਂ ਸਾਡਾ ਰਾਜ ਸੀ, ਸਾਡੇ ਪ੍ਰਬੰਧਕ, ਹੁਣ ਦੂਜਾ ਰਾਜ ਆ ਗਿਆ ਤੇ ਸਾਡੇ ਪ੍ਰਬੰਧਕ, ਇਸ ਤਰ੍ਹਾਂ ਦੀ ਗੱਲ ਨਹੀਂ, ਸੇਵਾ ਭਾਵਨਾ ਦੀ ਗੱਲ ਹੋਣੀ ਚਾਹੀਦੀ ਹੈ। ਜੇ ਕੋਈ ਉਹਨਾਂ ਦਾ ਤਕਰਾਰ ਸੀ, ਚਾਹੇ ਪ੍ਰਧਾਨਗੀ ਪਿੱਛੇ ਵੀ ਹੋਵੇ, ਉਹ ਗੁਰਦੁਆਰੇ ਤੋਂ ਬਾਹਰ ਗੱਲਬਾਤ ਕਰ ਲੈਂਦੇ, ਦਫ਼ਤਰ 'ਚ ਬੈਠ ਕੇ ਕਰ ਲੈਂਦੇ। ਤਾਂ ਇਹ ਜਿਹੜਾ ਗੁਰੂ ਸਾਹਿਬ ਦੇ ਹਜ਼ੂਰੀ ਦੇ ਵਿੱਚ ਸਾਰਾ ਕੁਝ ਕੀਤਾ ਨਾ, ਇਹ ਬਹੁਤ ਹੀ ਚਿੰਤਾਜਨਕ ਆ। ਇਹਦੀ ਮੈਂ ਸਖਤ ਸ਼ਬਦਾਂ 'ਚ ਨਿਖੇਧੀ ਕਰਦਾ। ਜਿਹੜੀ ਧਾਰਮਿਕ ਸਜ਼ਾ ਉਹ ਤਾਂ ਅਕਾਲ ਤਖਤ ਸਾਹਿਬ ਨੇ ਦੇਣੀ ਆ। ਫਿਰ ਮੇਰੀ ਅਪੀਲ ਹੈ ਕਿ ਜਿਹੜੇ ਜੀ, ਮੈਂ ਇਸ ਕਰਕੇ ਤੁਹਾਨੂੰ ਇਹ ਵੀ ਜਾਣਨਾ ਚਾਹ ਰਿਹਾ ਸੀ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪ੍ਰਬੰਧ ਦੇ ਵਿੱਚ ਨਾ ਲਓ, ਇਹ ਪਤਾ ਫਿਰ ਤੁਹਾਨੂੰ ਵੀ ਪਤਾ ਹੈ ਕਿ 6 ਮਹੀਨੇ ਬਾਅਦ, ਸਾਲ ਬਾਅਦ ਇਹ ਫੇਰ ਅਨਸਰ ਅਜਿਹੇ ਨੇ ਕਿ ਦੁਬਾਰਾ ਇਹਨਾਂ ਨੇ ਪ੍ਰਬੰਧ ਦੇ ਵਿੱਚ ਪਹੁੰਚ ਹੀ ਜਾਣਾ ਹੈ। ਤੇ ਇਹ ਪ੍ਰੈਕਟੀਕਲ ਗੱਲ ਹੈ, ਤੁਹਾਨੂੰ ਵੀ ਪਤਾ ਹੈ ਨਾ। ਦੇਖੋ, ਅਕਾਲ ਤਖਤ ਸਾਹਿਬ ਤੋਂ ਇਹਨਾਂ ਤੇ ਪੱਕੀ ਪਾਬੰਦੀ ਲਾਈ ਜਾ ਸਕਦੀ ਹੈ। ਜਿਵੇਂ ਹੁਕਮਨਾਮਾ ਸਾਹਿਬ ਜਾਰੀ ਹੁੰਦਾ ਵਾ ਤੇ ਹੁਕਮਨਾਮਾ ਸਾਹਿਬ ਦੇਖੋ, ਨਿਰੰਕਾਰੀਆਂ ਵੇਲੇ ਹੁਕਮਨਾਮਾ ਜਿਹੜਾ ਪੰਥਕ ਦੀਆਂ ਰਵਾਇਤਾਂ ਭਾਵਨਾਵਾਂ ਅਨੁਸਾਰ ਹੁਕਮਨਾਮਾ ਜਾਰੀ ਹੁੰਦਾ, ਉਹਨੂੰ ਸਾਰਾ ਪੰਥ ਮੰਨਦਾ, ਕੌਮ ਮੰਨਦੀ ਹੈ। ਜੇ ਕੋਈ ਹੁਕਮ ਵੀ ਸਿਆਸੀ ਤਰੀਕੇ ਨਾਲ ਕਿਸੇ ਪਾਰਟੀ ਨੂੰ ਜਾਂ ਕਿਸੇ ਅਹੁਦੇਦਾਰ ਨੂੰ ਜਾਂ ਕਿਸੇ ਧੜੇ ਜਾਂ ਪਰਿਵਾਰ ਨੂੰ ਸਰਵਾਈਵ ਕਰਨ, ਪ੍ਰਫੁੱਲਤ ਕਰਨ ਲਈ ਹੋਵੇ ਤਾਂ ਉਹਨੂੰ ਪੰਥ ਨਕਾਰ ਦਿੰਦਾ। ਜਿਵੇਂ ਸੌਦਾ ਸਾਹਿਬ ਦਾ ਮਾਫੀਨਾਮੇ ਵਾਲਾ ਹੁਕਮ ਸੀ, ਉਹ ਵਾਪਸ ਜਥੇਦਾਰਾਂ ਨੂੰ ਵੀ ਲੈਣਾ ਪਿਆ। ਜਦੋਂ ਪੰਥ ਦੀਆਂ ਭਾਵਨਾਵਾਂ ਅਨੁਸਾਰ ਕੌਮ ਦੀ ਤਰਜਮਾਨੀ ਕਰਦਾ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਦਾ ਜਾਰੀ ਹੁੰਦਾ ਤਾਂ ਅਸੀਂ ਸਾਰੇ ਉਹਨੂੰ ਨਤਮਸਤਕ ਹੁੰਦੇ ਹਾਂ। ਤਾਂ ਮੇਰੀ ਇਹੀ ਅਪੀਲ ਹੈ ਕਿ ਇਲਾਕੇ ਦੀਆਂ ਸੰਗਤਾਂ ਵੀ ਜਿਹੜੀਆਂ ਨੇ ਉਹ ਇਸ ਗੱਲ ਤੇ ਖੁਸ਼ ਹੋਣਗੀਆਂ ਕਿ ਇਹ ਜਿਹੜੇ ਲੜੇ ਨੇ ਇਹਨਾਂ ਨੂੰ ਪ੍ਰਬੰਧ 'ਚ ਨਾ ਕਦੇ ਵੀ ਲਿਆ ਜਾਵੇ ਤੇ ਅਕਾਲ ਤਖਤ ਸਾਹਿਬ ਵੱਲੋਂ ਉੱਥੇ ਪ੍ਰਬੰਧਕ ਕਮੇਟੀ ਬਣਾ ਕੇ
ਉਹਨਾਂ ਨੂੰ ਸੇਵਾ ਸੰਭਾਲ ਦਿੱਤੀ ਜਾਵੇ ਤੇ ਇਹਨਾਂ ਜੀ। ਨੂੰ ਧਾਰਮਿਕ ਸਜ਼ਾ ਲਾਈ ਜਾਵੇ, ਔਰ ਜਿਹੜੀ ਪ੍ਰਸ਼ਾਸਨ ਆ ਉੱਥੇ ਫਰੀਦਕੋਟ ਦੀ ਉਹ ਇਹਨਾਂ ਤੇ ਬਣਦੀ ਕਾਨੂੰਨੀ ਜਿਹੜੀ ਕਾਰਵਾਈ ਆ ਉਹ ਕਰੇ। ਚਲੋ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ, ਤੁਸੀਂ ਬਿਜ਼ੀ ਹੋ, ਤੁਸੀਂ ਜਾਣਾ ਹੈ, ਤੁਹਾਨੂੰ ਲੱਗਦਾ ਕਿ ਜਿਹੜੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਾਂ ਪ੍ਰਬੰਧ SGPC ਦੇ ਅੰਡਰ ਨਹੀਂ ਨੇ, ਉਹਨਾਂ ਨੂੰ SGPC ਦੇ ਅੰਡਰ ਲਿਆਉਣ ਬਾਰੇ ਸੋਚਣਾ ਚਾਹੀਦਾ ਹੈ ਜਾਂ ਕੋਈ ਨਾ ਕੋਈ ਨਹੀਂ ਇਸ ਬਹੁਤ ਤਰੀਕੇ ਦਾ? ਐਸੇ ਗੁਰਦੁਆਰੇ ਦੇਖੋ, ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਤਿਹਾਸਕ ਗੁਰਦੁਆਰਿਆਂ ਦੀ ਪ੍ਰਬੰਧ ਵਾਸਤੇ ਬਣੀ ਹੋਈ ਹੈ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਇਹ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਕਰਦੀ। ਜਿਹੜੇ ਲੋਕਲ ਪਿੰਡਾਂ 'ਚ ਬਣੇ ਹੋਏ ਗੁਰਦੁਆਰੇ ਜਾਂ ਸ਼ਹਿਰਾਂ ਕਲੋਨੀਆਂ 'ਚ ਬਣੇ ਹੋਏ ਗੁਰਦੁਆਰੇ, ਉੱਥੇ ਲੋਕਲ ਸੰਗਤਾਂ ਨੇ ਪ੍ਰਬੰਧ ਕਰਨਾ ਹੁੰਦਾ। ਪਰ ਜਿਸ ਤਰ੍ਹਾਂ ਕਹਿ ਕੇ ਗਏ ਆ ਪਹਿਲਾਂ ਸਤਿਕਾਰਯੋਗ ਪੈਨਲ ਵਾਲੇ ਵੀਰ ਕਿ ਆਪਣਾ ਭਾਈ ਰਾਮ ਸਿੰਘ ਜੀ SGPC ਮੈਂਬਰ, ਕਿ ਜਾਤਾਂ ਗੂਤਾਂ ਦੇ ਆਧਾਰ ਤੇ ਪ੍ਰਧਾਨਗੀਆਂ ਕਰਕੇ ਗੁਰਦੁਆਰੇ ਜਿਹੜੇ ਗਲੀ ਗਲੀ ਮੁਹੱਲੇ ਬਣੇ, ਜਿਨ੍ਹਾਂ ਤੇ ਪ੍ਰਬੰਧ ਵੀ ਨਹੀਂ, ਕਈਆਂ ਤੇ ਗ੍ਰੰਥੀ ਸਿੰਘ ਵੀ ਹੈ ਨਹੀਂ, ਸੇਵਾਦਾਰ ਵੀ ਹੈ ਨਹੀਂ। ਤਾਂ ਇਸ ਤਰ੍ਹਾਂ ਦੇ ਜਿਹੜੇ ਜ਼ਿਆਦਾ ਜਿਹੜੇ ਬਹੁਤਾਤ ਜਿੱਥੇ ਲੋੜ ਨਹੀਂ ਆ, ਉਹ ਜਿਹੜੇ ਬਣੇ ਹੋਏ ਆ ਉਹ ਨਹੀਂ ਬਣਨੇ ਚਾਹੀਦੇ। ਤੇ ਉਹੀ ਗੁਰੂ ਘਰ ਜਿੱਥੇ ਸੰਗਤਾਂ ਨੇ, ਸੇਵਾ ਸੰਭਾਲ ਆ, ਪ੍ਰਬੰਧ ਆ, ਗ੍ਰੰਥੀ ਸਿੰਘ ਦੀ, ਉਪਜੀਵਕਾ ਸੇਵਾਦਾਰਾਂ ਦੀ, ਪਹਿਰੇਦਾਰ ਦੀ, ਜਿੱਥੇ ਪੂਰਾ ਪ੍ਰਬੰਧ ਹੋ ਸਕਦਾ ਤੇ ਜਿੱਥੇ ਕੋਈ ਇਸ ਤਰ੍ਹਾਂ ਦਾ ਪ੍ਰਧਾਨਗੀ ਦਾ ਰੌਲਾ ਨਾ ਹੋਵੇ, ਇਸ ਤਰ੍ਹਾਂ ਦਾ ਜਿਹੜਾ ਹੈਗਾ ਇਸ ਤਰ੍ਹਾਂ ਦਾ ਸਿਸਟਮ ਨਾ ਬਣੇ। ਇਸ ਤਰ੍ਹਾਂ ਦੇ ਜਿਹੜੇ ਗੁਰੂ ਘਰ ਆ, ਉਹ ਬਹੁਤ ਗੁਰੂ ਘਰ ਨੇ, ਹਜ਼ਾਰਾਂ ਦੀ ਤਾਦਾਦ ਵਿੱਚ ਗੁਰੂ ਘਰ, ਹਜ਼ਾਰਾਂ ਪਿੰਡ ਨੇ ਪੰਜਾਬ ਦੇ, ਹਰਿਆਣਾ, ਯੂਪੀ, ਰਾਜਸਥਾਨ, ਸਾਰੇ ਪਾਸੇ ਭਾਰਤ ਦੀਆਂ ਵੱਖ-ਵੱਖ ਸਟੇਟਾਂ 'ਚ ਗੁਰੂ ਘਰ ਨੇ, ਵਿਦੇਸ਼ਾਂ 'ਚ ਵੀ ਨੇ। ਕਿਤੇ ਕਿਤੇ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ। ਪਰ ਮੈਂ ਅਪੀਲ ਕਰਦਾ ਵਾਂ ਕਿ ਜਿਹੜੇ ਥਾਵਾਂ ਤੇ ਵਾਪਰਦੀਆਂ ਨੇ ਉਹਨਾਂ ਨੂੰ ਵੀ ਇਹਨਾਂ ਗੱਲਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਔਰ ਜਾਤਾਂ ਗੋਤਾਂ ਦੇ ਨਾਂ ਤੇ ਗੁਰਦੁਆਰੇ ਜਾਂ ਪ੍ਰਧਾਨਗੀਆਂ ਪਿੱਛੇ ਵੀ, ਅੱਜ ਜੇ ਪ੍ਰਧਾਨ ਨੂੰ ਹਟਾਤਾ ਤਾਂ ਉਹਨੇ ਪ੍ਰਧਾਨਗੀ ਪਿੱਛੇ ਹੀ ਦੂਜਾ ਗੁਰਦੁਆਰਾ ਖੜਾ ਕਰ ਲਿਆ। ਜਾਂ ਲੈ ਗੁਰਦੁਆਰੇ ਨਹੀਂ ਤੇ ਆਪਾਂ ਆਪਣਾ ਬਣਾ ਲੈਨੇ ਆ। ਇਸ ਕਾਰਨ ਕਰਕੇ SGPC ਦੀ ਇੰਨੀ ਕੁ ਜ਼ਿੰਮੇਵਾਰੀ ਬਣਦੀ ਹੈ ਕਿ SGPC ਇਹੋ ਜਿਹੀਆਂ ਥਾਵਾਂ ਤੇ ਜਾਂ ਅਕਾਲ ਤਖਤ ਸਾਹਿਬ ਉਹਨਾਂ ਨੂੰ ਇਜਾਜ਼ਤ ਨਾ ਦੇਵੇ, ਦੂਜਾ ਗੁਰੂ ਸਾਹਿਬ ਦੇ ਸਰੂਪ ਨਾ ਦਿੱਤੇ ਜਾਣ, ਫਿਰ ਇਹੋ ਜਿਹੇ ਲੋਕ ਜਿਹੜੇ ਉਹਨਾਂ ਤੇ ਪਾਬੰਦੀਆਂ ਸਖਤੀ ਦੇ ਨਾਲ ਜਿਹੜੀਆਂ ਉਹ ਲਾਈਆਂ ਜਾ ਸਕਦੀਆਂ ਨੇ। ਧੰਨਵਾਦ ਜੀ ਗੌਰਵ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਔਰ ਮੈਂ ਇੱਕ ਕਮੈਂਟ ਜ਼ਰੂਰ ਲਵਾਂਗਾ। ਭਾਈ ਰਾਮ ਸਿੰਘ ਜੀ ਸਾਡੇ ਨਾਲ ਨੇ ਤੇ ਜਸਪ੍ਰੀਤ ਸਿੰਘ ਕਰਮਸਰ ਜੀ ਵੀ ਸਾਡੇ ਨਾਲ ਨੇ। ਜਸਪ੍ਰੀਤ ਜੀ, ਪਹਿਲਾਂ ਸਟੇਟਮੈਂਟ ਤੁਹਾਡੀ, ਐਕਸ਼ਨ ਕੀ ਧਾਰਮਿਕ ਸਜ਼ਾ ਲੋਕ ਜਾਣਨਾ ਚਾਹੁੰਦੇ ਹੋਣਗੇ, ਸੰਗਤ ਜਾਣਨੀ ਚਾਹੁੰਦੀ ਹੋਵੇਗੀ ਕਿ ਤੁਹਾਡੇ ਹਿਸਾਬ ਨਾਲ ਜਿਹੜੀ ਧਾਰਮਿਕ ਸਜ਼ਾ ਦਾ ਜ਼ਿਕਰ ਹੋ ਰਿਹਾ ਉਹ ਕੀ ਹੋਣੀ ਚਾਹੀਦੀ ਹੈ? ਕਿ ਪ੍ਰਬੰਧਾਂ ਤੋਂ ਬਿਲਕੁਲ ਦੂਰ ਅਜਿਹੇ ਲੋਕਾਂ ਨੂੰ ਕਰ ਦਿੱਤਾ ਜਾਵੇ, ਉਹਨਾਂ ਦੇ ਲਈ ਇਹ ਸਜ਼ਾ ਕਾਫੀ ਹੋਏਗੀ? ਇਹ ਪੂਰੀ ਘਟਨਾ, ਇਹ ਤਸਵੀਰਾਂ ਦੇਖਣ ਤੋਂ ਬਾਅਦ ਗੌਰਵ ਜੀ, ਹੈਲੋ ਗੌਰਵ ਜੀ, ਜੀ ਤੁਹਾਡੀ ਆਵਾਜ਼ ਆ ਰਹੀ ਹੈ? ਬਿਲਕੁਲ ਆ ਰਹੀ ਹੈ ਜਸਪ੍ਰੀਤ ਜੀ। ਦੇਖੋ, ਜਿਹੜੀਆਂ ਵੀ ਇਹ ਧਿਰਾਂ ਨੇ ਆਪਸ ਵਿੱਚ ਲੜੀਆਂ ਨੇ, ਪਹਿਲੀ ਗੱਲ ਤਾਂ ਇਹਨਾਂ ਨੂੰ 5 ਸਾਲ ਵਾਸਤੇ ਤਾਂ ਬਿਲਕੁਲ ਬਾਹਰ ਕਰ ਦੇਣਾ ਚਾਹੀਦਾ ਕਿ ਇਲੈਕਸ਼ਨ ਲੜ ਹੀ ਨਹੀਂ ਸਕਦੀਆਂ, ਜਾਂ ਫਿਰ ਉਸ ਜਿਹੜੀ ਸੀਟ ਵਾਸਤੇ ਆਈਆਂ ਸੀ ਲੜਨ ਵਾਸਤੇ ਉੱਤੇ ਕਾਬਜ਼ ਨਹੀਂ ਹੋ ਸਕਦੀਆਂ। ਬਾਕੀ ਅਕਾਲ ਤਖਤ ਸਾਹਿਬ ਇੱਥੇ ਹੁਕਮਨਾਮਾ ਜਾਰੀ ਕਰਨਗੇ ਕਿ ਪਹਿਲੀ ਗੱਲ ਤਾਂ ਇਹ ਸਾਰਾ ਪ੍ਰਬੰਧ ਅਕਾਲ ਤਖਤ ਸਾਹਿਬ ਨੂੰ ਆਪਣੇ ਅੰਦਰ 'ਚ ਲੈਣਾ ਪਵੇਗਾ ਤੇ ਉਹਨਾਂ ਨੂੰ ਮੋਨੀਟਰ ਕਰਨਾ ਪਵੇਗਾ ਕਿ ਜਿਹੜੀਆਂ ਲੋਕਲ ਗੁਰਦੁਆਰੇ ਦੀ ਕਮੇਟੀਆਂ ਨੇ ਉਹਦੇ ਤੇ ਅੰਕੁਸ਼ ਲਗਾਇਆ ਜਾ ਸਕੇ। ਕਿਉਂਕਿ ਜਿੱਥੇ ਜਿਹਦਾ ਦਿਲ ਕਰਦਾ ਉਹ ਆਪਣਾ ਗੁਰਦੁਆਰਾ ਖੋਲ ਕੇ ਬਹਿ ਜਾਂਦਾ। ਥੋੜਾ ਕੁ ਦੇਰ ਉਹ ਗੁਰਦੁਆਰਾ ਚਲਾਉਂਦਾ, ਜਦੋਂ ਉਹਦਾ ਚਾਅ ਲੈ ਜਾਂਦਾ ਹੈ ਤੇ ਦੂਜੀ ਪਾਰਟੀ ਆ ਜਾਂਦੀ ਹੈ ਉਹਨੂੰ ਉੱਥੇ ਕਾਬਜ਼ ਹੋਣ ਵਾਸਤੇ। ਤੇ ਫਿਰ ਕਹਿੰਦੇ ਵੀ ਜਿਹੜਾ ਜਿੰਦੇ ਹੱਥ 'ਚ ਸਿਆਸਤ ਜਾਂ ਇਹ ਪ੍ਰਧਾਨਗੀ ਆ ਜਾਂਦੀ ਉਹ ਛੱਡਣਾ ਨਹੀਂ ਚਾਹੁੰਦਾ ਤੇ ਆਪਸ 'ਚ ਲੜਾਈ। ਤੇ ਇਹਦੇ ਤੇ ਜੋ ਕਾਨੂੰਨੀ ਕਾਰਵਾਈ ਆ ਉਹ ਤਾਂ ਪੁਲਿਸ ਕਰੇ ਹੀ ਕਰੇ। ਅਕਾਲ ਤਖਤ ਸਾਹਿਬ ਨੂੰ ਇਹਦੇ ਤੇ ਕੋਈ ਨਾ ਕੋਈ ਹੁਕਮਨਾਮਾ ਜਾਰੀ ਜ਼ਰੂਰ ਕਰਨਾ ਚਾਹੀਦਾ ਵੀ ਲੋਕਲ ਗੁਰਦੁਆਰਿਆਂ ਵਿੱਚ ਘੱਟੋ ਘੱਟ ਇਹੋ ਜਿਹਾ ਮਜ਼ਾਕ ਸਾਡਾ ਨਾ ਬਣੇ। ਮਗਰ ਮੈਂ ਬਾਰ-ਬਾਰ ਕਹੂੰਗਾ ਕਿ ਜਿਹੜੀ ਸੰਗਤ ਆ ਕਿਸੇ ਵੀ ਗੁਰਦੁਆਰੇ ਦੀ, ਜੇ ਸੰਗਤ ਆਪਣਾ ਆਗੂ, ਆਪਣਾ ਉੱਥੇ ਦੀ ਕਮੇਟੀ ਚੁਣਨੀ ਸਿੱਖ ਲਵੇ ਤਾਂ ਸਾਨੂੰ ਇਹ ਤਕਲੀਫ ਹੀ ਕਦੇ ਨਾ ਹੋਵੇ। ਠੀਕ ਹੈ, ਮੈਂ ਭਾਈ ਰਾਮ ਸਿੰਘ ਜੀ ਦਾ ਇੱਕ ਵਾਰੀ ਰੁਕ ਕਰਦਾ। ਭਾਈ ਰਾਮ ਸਿੰਘ ਜੀ ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ। ਮੈਂ ਕਿਉਂਕਿ ਐਕਸ਼ਨ ਦਾ ਇਸ ਸਮੇਂ ਬਹੁਤ ਜ਼ਿਕਰ ਹੋ ਰਿਹਾ ਕਿ ਕੀ ਐਕਸ਼ਨ ਹੋਣਾ ਚਾਹੀਦਾ ਜਿਨ੍ਹਾਂ ਦੇ ਵੱਲੋਂ ਇਹ ਪੂਰਾ ਘਟਨਾਕ੍ਰਮ ਉੱਥੇ ਕੀਤਾ ਗਿਆ। ਭਾਈ ਰਾਮ ਸਿੰਘ ਜੀ, ਗੁਰਦੁਆਰਾ ਸਾਹਿਬ ਜਾਂ ਅਕਾਲ ਤਖਤ ਸਾਹਿਬ ਕਿਵੇਂ ਹੁਣ ਟੈਕਲ ਕਰੇ ਇਹਨਾਂ ਚੀਜ਼ਾਂ ਨੂੰ? ਇਹ ਚੁਣੌਤੀਆਂ ਆਲਰੇਡੀ ਬਹੁਤ ਸਾਰੀਆਂ ਨੇ ਜੋ ਨਜ਼ਰ ਆਉਂਦੀਆਂ ਨੇ। ਇੱਕ ਦਿਨ ਪਹਿਲਾਂ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਬਿਆਨ ਆਇਆ, ਉਹ ਲੱਗ ਰਿਹਾ ਕਿ ਇਹਨਾਂ ਲੋਕਾਂ ਵਾਸਤੇ ਹੀ ਸੀ। ਉਹ ਲੱਗ ਰਿਹਾ ਕਿ ਇਹਨਾਂ ਨੂੰ ਪਹਿਲਾਂ ਹੀ ਇੱਕ ਤਰੀਕੇ ਨਾਲ ਉਹ ਸੁਚੇਤ ਕਰ ਰਹੇ ਸੀ ਆਪਣੇ ਬਿਆਨ ਦੇ ਨਾਲੇ, ਫੇਰ ਨਹੀਂ ਸਮਝੇ। ਭਾਈ ਰਾਮ ਸਿੰਘ ਜੀ, ਮੇਰੀ ਆਵਾਜ਼ ਆ ਰਹੀ ਹੈ? ਹਾਂਜੀ ਆਈ ਹੈ ਜੀ, ਹਾਂਜੀ।
ਹਾਂਜੀ ਮੈਂ ਸਵਾਲ ਤੁਹਾਨੂੰ ਗੌਰਵ ਜੀ, ਪੁੱਛਿਆ ਸੀਗਾ ਕਿ ਇਸ ਚੁਣੌਤੀ ਨੂੰ ਕਿਵੇਂ ਜੇ ਦੇਖਦੇ ਹੋ? ਜੋ ਤੁਸੀਂ- ਧਾਰਮਿਕ ਸਜ਼ਾ ਦਾ ਬਹੁਤ ਜ਼ਿਕਰ ਹੋ ਰਿਹਾ। ਜੋ ਤੁਸੀਂ ਕਿਹਾ ਹੈਗਾ, ਮੈਂ ਇਸ ਗੱਲ ਨਾਲ ਕਾਫੀ ਹੱਦ ਤੱਕ ਸਹਿਮਤ ਹਾਂ ਕਿ ਜੋ ਇਸ ਵੇਲੇ ਸਿੱਖ ਪੰਥ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ, ਜੋ ਹਾਲਾਤ ਬਣੇ ਹੋਏ ਨੇ ਸਿੱਖ ਪੰਥ ਦੇ ਵਿੱਚ, ਔਰ ਇਸ ਗੱਲ ਨੂੰ ਲੈ ਕਰਕੇ ਜਥੇਦਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ, ਮੈਂ ਸਮਝਦਾ ਹਾਂ ਇਸ ਗੱਲ ਤੋਂ ਬਹੁਤ ਸੁਚੇਤ ਹੈਗੇ ਨੇ। ਉਹ ਸਮੇਂ-ਸਮੇਂ ਨਾਲ ਸਿੱਖ ਕੌਮ ਨੂੰ ਸੁਚੇਤ ਵੀ ਕਰਦੇ ਆ, ਤੇ ਜੋ ਉਹਨਾਂ ਦੇ ਆਪਣੀ ਫਰਜ਼ ਹੈ, ਜੋ ਉਹਨਾਂ ਦੀ ਡਿਊਟੀ ਹੈ, ਉਹ ਸਿੱਖ ਕੌਮ ਨੂੰ ਅੱਗੇ ਆਪਣਾ ਸੰਦੇਸ਼ ਵੀ ਦਿੰਦੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣਾ ਜਿਹੜਾ ਪੂਰਾ ਫਰਜ਼ ਹੈਗੀ ਆ ਉਹ ਨਿਭਾਉਂਦੀ ਰਹਿੰਦੀ ਹੈ। ਲੇਕਿਨ ਫਿਰ ਵੀ ਜਦੋਂ ਕੋਈ ਅਜਿਹੀ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਤਾਂ ਉਸ ਦਾ ਜੋ ਸਿੱਖ ਰਵਾਇਤਾਂ ਅਨੁਸਾਰ ਵਿਧੀ ਵਿਧਾਨ ਬਣਿਆ ਹੋਇਆ, ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਹੈਗਾ ਉਸ ਨੂੰ ਆਪਣੇ ਆਦੇਸ਼ਾਂ ਦੇ ਮੁਤਾਬਕ ਉਸ ਨੂੰ ਸੱਦ ਸਕਦਾ, ਤਲਬ ਕਰ ਸਕਦਾ ਹੈ। ਔਰ ਤਲਬ ਕਰਕੇ ਇੱਕ ਮਿਸਾਲੀ, ਮੈਂ ਸਮਝਦਾ ਜਿਹੜੀ ਇਹ ਘਟਨਾ ਵਾਪਰੀ ਹੈ, ਕਿਉਂਕਿ ਇਹ ਆਪਸ ਵਿੱਚ ਦੋ ਗੁੱਟਾਂ ਸਿੱਖਾਂ ਦੀ ਵਾਪਸੀ ਘਟਨਾ ਵਾਪਰੀ ਹੈ, ਇੱਕ ਮਿਸਾਲੀ ਸਜ਼ਾ ਅਸੀਂ ਦੇਣ ਦੇ ਹੱਕ ਦੇ ਵਿੱਚ ਹੈਗੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਅਪੀਲ ਕਰੂਗੀ ਕਿ ਇਹਨਾਂ ਜਿਹੜੇ ਇਹ ਦੋਵੇਂ ਧੜੇ ਆ, ਇਹਨਾਂ ਨੂੰ ਮਿਸਾਲੀ ਇੱਕ ਸਜ਼ਾ ਮਿਲਣੀ ਚਾਹੀਦੀ ਹੈ। ਘੱਟੋ ਘੱਟ ਮੈਂ ਸਮਝਦਾ ਹਾਂ ਕਿ ਇੱਕ 10 ਸਾਲ ਵਾਸਤੇ ਇਹਨਾਂ ਨੂੰ ਇਸ ਜਿਹੜੀ ਪ੍ਰਬੰਧ ਹੈਗਾ, ਗੁਰਦੁਆਰੇ ਦਾ ਪ੍ਰਬੰਧ ਆ, ਕਿਸੇ ਵੀ ਗੁਰਦੁਆਰੇ ਦੇ ਪ੍ਰਬੰਧ ਦੇ ਵਿੱਚ ਇਹਨਾਂ ਵਿਅਕਤੀਆਂ ਦੇ ਵਿੱਚੋਂ, ਦੋ ਧੜਿਆਂ ਦੇ ਵਿੱਚੋਂ ਕਿਸੇ ਨੂੰ ਨਾ ਲਿਆ ਜਾਵੇ। ਦੂਸਰਾ ਇਹਨਾਂ ਨੂੰ ਇਹ ਹੈਗਾ, ਜੋ ਧਾਰਮਿਕ ਸਜ਼ਾ ਹੈਗੀ ਆ, ਉਹ ਜੋ ਪੰਥਕ ਰਵਾਇਤਾਂ ਹੈਗੀਆਂ, ਉਹ ਸ੍ਰੀ ਅਕਾਲ ਤਖਤ ਸਾਹਿਬ ਆਪ ਸਖਤ ਤੋਂ ਸਖਤ ਸਜ਼ਾ ਲਾ ਸਕਦੇ ਹੈਗੇ ਆ। ਬਾਕੀ ਤੀਸਰੀ ਗੱਲ ਜਿਹੜੀ ਹੈ, ਉਹ ਸੰਗਤ ਜਿਹੜੀ ਹੈ, ਉਹ ਸੰਗਤ ਇਹਨਾਂ ਨੂੰ ਆਪੇ ਉੱਥੇ ਸਜ਼ਾ ਦੇ ਸਕਦੀ ਹੈ। ਸੰਗਤ ਕੋਲੇ ਵੀ ਅਧਿਕਾਰ ਹੈਗਾ ਕਿ ਇਹਨਾਂ ਲੋਕਾਂ ਨੂੰ ਮੂੰਹ ਨਾ ਲਾਵੇ, ਇਹਨਾਂ ਲੋਕਾਂ ਨਾਲ ਮਿਲਵਰਤਨ ਛੱਡੇ, 6 ਮਹੀਨੇ ਸਾਲ ਇਹਨਾਂ ਨੂੰ ਬਿਲਕੁਲ ਪਾਸੇ ਕੀਤਾ ਜਾਵੇ, ਤਾਂ ਕਿ ਸੰਗਤ ਜਿਹੜੀ ਹੈਗੀ ਆਪ ਮੁਹਾਰੇ ਜਿਹੜੀ ਆ ਉਹ ਇਹਨਾਂ ਲੋਕਾਂ ਨੂੰ ਇਹਨਾਂ ਤੋਂ ਟੁੱਟੇ ਪਾਸੇ ਕਰੇ ਇਹਨਾਂ ਨੂੰ, ਤਾਂ ਕਿ ਇਹਨਾਂ ਨੂੰ ਪਤਾ ਲੱਗੇ ਵੀ ਅਸੀਂ ਗੁਰੂ ਘਰ ਦੇ ਵਿੱਚ ਜਾ ਕੇ ਬੇਅਦਬੀ ਕੀਤੀ ਹੈ, ਅਸੀਂ ਗਲਤ ਕੰਮ ਕੀਤਾ ਹੈ, ਅਸੀਂ ਸਿਰਫ ਪ੍ਰਧਾਨੀਆਂ ਦੇ ਪਿੱਛੇ, ਆਪਣੀਆਂ ਚੌਧਰਤਾਈਆਂ ਦੇ ਪਿੱਛੇ ਗੁਰਮਰਿਆਦਾ ਨੂੰ ਜਿਹੜਾ ਉਹ ਭੰਗ ਕੀਤਾ ਹੈਗਾ। ਸੋ ਅਜਿਹੀਆਂ ਜਿਹੜੀਆਂ ਸਿੱਖ ਧਰਮ ਦੇ ਰਵਾਇਤਾਂ ਦੇ ਅਨੁਸਾਰ ਇਹ ਗੱਲਾਂ ਹੋ ਸਕਦੀਆਂ ਨੇ, ਕੀਤੀਆਂ ਜਾ ਸਕਦੀਆਂ ਨੇ। ਚੌਥੀ ਗੱਲ ਜਿਹੜੀ ਹੈ, ਉਹ ਕਾਨੂੰਨ ਦੇ ਮੁਤਾਬਕ ਆ, ਜਿਹੜੀ ਕਿ ਦੇਸ਼ ਦੇ ਸੰਵਿਧਾਨ ਦੇ ਮੁਤਾਬਕ, ਕਾਨੂੰਨ ਦੇ ਮੁਤਾਬਕ, ਉਹ ਜੇ ਉੱਥੋਂ ਦੀਆਂ ਸਿੱਖ ਸੰਗਤਾਂ ਉੱਥੋਂ ਦੇ ਪ੍ਰਸ਼ਾਸਨ ਨੂੰ ਮਿਲ ਕੇ ਮੰਗ ਕਰਨਗੀਆਂ ਜਾਂ ਉੱਥੇ ਉਹ ਲਿਖ ਕੇ ਦੇਣਗੀਆਂ, ਤੇ ਮੈਂ ਸਮਝਦਾ ਉੱਥੋਂ ਦੇ ਪ੍ਰਸ਼ਾਸਨ ਨੂੰ ਵੀ ਇਹਦੇ ਵਿੱਚ ਕੋਈ ਢਿੱਲ ਨਹੀਂ ਵਰਤਣੀ ਚਾਹੀਦੀ। ਔਰ ਇਹਨਾਂ ਸਿੱਖਾਂ ਜਿਹੜੇ ਇਹਨਾਂ ਨੇ ਇਸ ਤਰ੍ਹਾਂ ਗੁਨਾਹ ਕੀਤਾ ਹੈਗਾ, ਇਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਹਾਂਜੀ ਜੀ ਚਲੋ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਜਸਪ੍ਰੀਤ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਅਸੀਂ ਕਿਉਂਕਿ ਜੋ ਤਸਵੀਰਾਂ ਸਾਹਮਣੇ ਆਈਆਂ ਉਸਨੇ ਸਭ ਨੂੰ ਪਰੇਸ਼ਾਨ ਤਾਂ ਕੀਤਾ ਹੈ ਕਿ ਗੁਰੂ ਘਰ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਕੋਈ ਆਖਿਰ ਇਸ ਤਰੀਕੇ ਨਾਲ ਕਿਵੇਂ ਕਰ ਸਕਦਾ ਹੈ। ਜੋ ਅਸੀਂ ਬਾਰ-ਬਾਰ ਜ਼ਿਕਰ ਕਰ ਰਹੇ ਹਾਂ ਕਿ ਜਦੋਂ ਆਪਾਂ ਗੁਰੂ ਘਰ 'ਚ ਦਾਖਲ ਹੁੰਦੇ ਹਾਂ, ਬਹੁਤ ਸਜਦਾ ਕਰਦੇ ਹਾਂ, ਉੱਥੇ ਜਾ ਕੇ ਬਹੁਤ ਮਰਿਆਦਾ ਦਾ ਧਿਆਨ ਰੱਖਿਆ ਜਾਂਦਾ ਹੈ, ਉੱਚੀ ਆਵਾਜ਼ ਦੇ ਵਿੱਚ ਵੀ ਕੋਈ ਗੱਲ ਨਹੀਂ ਕਰਦਾ। ਪਰ ਇਹਨਾਂ ਲੋਕਾਂ ਦੇ ਵੱਲੋਂ ਉੱਥੇ ਕੁੱਟਮਾਰ ਕਰ ਦਿੱਤੀ ਗਈ ਇੱਕ ਦੂਜੇ ਦੀ, ਜਿਹੜੇ ਸ਼ਸਤਰ ਸੁਸ਼ੋਭਿਤ ਕੀਤੇ ਗਏ ਹੁੰਦੇ ਨੇ ਉਹਨਾਂ ਨੂੰ ਚੁੱਕ ਕੇ ਇੱਕ ਦੂਜੇ ਦੇ ਉੱਤੇ ਹਮਲੇ ਕੀਤੇ ਗਏ। ਉਹ ਜਿਹੜੀਆਂ ਕਿਰਪਾਨਾਂ, ਤਲਵਾਰਾਂ, ਉੱਥੇ ਸ਼ਸਤਰ ਪਏ ਸੀ, ਉਹਨਾਂ ਦੇ ਨਾਲ ਕੁੱਟਮਾਰ ਕੀਤੀ ਗਈ। ਤਾਂ ਬਹੁਤ ਗੰਭੀਰ ਸਵਾਲ ਲਾਜ਼ਮੀ ਤੌਰ ਤੇ ਉੱਠਦਾ, ਇਸ ਕਰਕੇ ਅੱਜ ਅਸੀਂ ਇਸ ਦੇ ਵਿੱਚ ਮੁੱਦੇ ਦੇ ਉੱਤੇ ਚਰਚਾ ਵੀ ਕੀਤੀ ਹੈ। ਪਰ ਫਰੀਦਕੋਟ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਲੜਾਈ ਦਾ ਮਾਮਲਾ ਵੱਧਦਾ ਵੀ ਜਾ ਰਿਹਾ ਹੈ। ਪੁਲਿਸ ਨੇ ਤੁਹਾਨੂੰ ਦੱਸ ਦਈਏ ਕਿ ਝੜਪ ਤੋਂ ਬਾਅਦ ਮਾਮਲਾ ਦਰਜ ਕੀਤਾ ਹੈ, 3 ਲੋਕਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ, ਜਦਕਿ ਝੜਪ ਦੇ ਵਿੱਚ 2 ਮਹਿਲਾਵਾਂ ਸਣੇ 3 ਵਿਅਕਤੀ ਗੰਭੀਰ ਜ਼ਖਮੀ ਵੀ ਹੋਏ ਨੇ। ਇਹ ਨੇ ਉਹ ਸ਼ਰਮਸਾਰ ਕਰ ਦੇਣ ਵਾਲੀਆਂ ਤਸਵੀਰਾਂ ਜਿਸ ਨੇ ਪ੍ਰਧਾਨਗੀ ਦੀ ਭੁੱਖ ਦਾ ਰੌਲਾ ਮੁੜ ਜਗ ਜ਼ਾਹਰ ਕਰ ਦਿੱਤਾ। ਤੇ ਇਹ ਸਭ ਹੋਇਆ ਫਰੀਦਕੋਟ ਦੀ ਜਰਮਨ ਕਾਲੋਨੀ ਦੇ ਵਿੱਚ ਬਣੇ ਗੁਰਦੁਆਰਾ ਨਿਸ਼ਾਨ ਸਾਹਿਬ ਦੇ ਅੰਦਰ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ 2 ਧਿਰਾਂ ਸਾਰੀਆਂ ਹੱਦਾਂ ਟੱਪ ਗਈਆਂ। ਇੱਥੋਂ ਤੱਕ ਕਿ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਰੱਖੇ ਸ਼ਸਤਰਾਂ ਨੂੰ ਵੀ ਨਹੀਂ ਬਖਸ਼ਿਆ ਗਿਆ। ਸੰਗਰਾਮ ਦੇ ਦਿਹਾੜੇ ਤੇ ਵਾਪਰੀ ਇਸ ਘਟਨਾ ਦੇ ਲਈ ਗੁਰਦੁਆਰੇ ਦੇ ਮੌਜੂਦਾ ਪ੍ਰਧਾਨ ਜਸਵੰਤ ਸਿੰਘ ਨੇ ਸਾਬਕਾ ਪ੍ਰਧਾਨ ਹਰਬੰਸ ਸਿੰਘ ਨੂੰ ਜ਼ਿੰਮੇਵਾਰ ਦੱਸਿਆ ਹੈ। ਇੱਥੇ 8-10 ਬੰਦੇ ਆਏ ਆ, ਆਣ ਕੇ ਜਦੋਂ ਮੈਂ ਸੰਗਤਾਂ ਨੂੰ ਸੰਬੋਧਨ ਕੀਤਾ ਵੀ ਆਪਾਂ ਬਾਬਾ ਫਰੀਦ ਦਾ ਜਿਹੜਾ ਆਗਮਨ ਪੁਰਬ ਮਨਾਉਣਾ ਹੈ, ਤੇ ਉਹਦੇ ਵਿੱਚ ਰਹਿ ਗਿਆ। ਜਦੋਂ ਮੈਂ ਬਹਿ ਗਿਆ ਜਾ ਕੇ ਥਾਣਾ ਸਿੰਘ ਮੇਰੇ ਸਿਰ ਤੇ ਖੜ ਗਿਆ ਜਾ ਕੇ, ਹਾਂਸੇ ਭਾਉ ਦੇ ਇੱਥੇ ਪਤਾ ਨਹੀਂ ਕੋਈ ਕੈਰਚ ਸੀ ਜਾਂ ਉਹਦਾ ਮੁੰਡਾ ਪੁਲਿਸ 'ਚ, ਉਹਨੇ ਦਿੱਤੀ, ਉਹ ਸਰਕਾਰੀ ਜੀ ਇੱਕ ਚੀਜ਼, ਉਹ ਕੱਢ ਕੇ ਮੇਰੇ ਮਾਰਨ ਲੱਗਾ। ਪਿੱਛੋਂ ਸੰਗਤ ਆ ਗਈ, ਪੈ ਗਈ, ਉਹਨਾਂ ਨੇ ਫੜ ਲਈ। ਮੁੜ ਕੇ ਇਹਨਾਂ ਨੇ ਜਾ ਕੇ ਜਿਹੜੇ ਸ਼ਾਸਤਰ ਆ ਗੁਰਦੁਆਰਾ ਸਾਹਿਬ ਦੇ ਮੂਹਰੇ ਬਰਾਜਮਾਨ ਕੀਤੇ ਹੋਏ ਸੀ, ਜਿਹੜੇ ਸਾਰੇ ਸੰਤ ਸਜਾਏ ਹੋਏ ਸੀਗੇ, ਉਹ ਸ਼ਾਸਤਰਾਂ ਨੂੰ ਪੈ ਕੇ ਸ਼ਾਸਤਰ ਚੱਕ ਕੇ ਮਾਰਨ ਲੱਗੇ ਮੇਰੇ।
ਜਦਕਿ ਇਸ ਝੜਪ ਦੇ ਵਿੱਚ ਹਰਬੰਸ ਸਿੰਘ ਵੀ ਜ਼ਖਮੀ ਹੋਇਆ ਤੇ ਉਹਨਾਂ ਮੌਜੂਦਾ ਪ੍ਰਧਾਨ ਦੇ ਉੱਤੇ ਹੀ ਉਲਟਾ ਹਮਲਾ ਕਰਨ ਦੇ ਇਲਜ਼ਾਮ ਲਗਾਏ ਤੇ ਸ਼੍ਰੋਮਣੀ ਕਮੇਟੀ ਤੋਂ ਵੀ ਦਖਲ ਦੇਣ ਦੀ ਮੰਗ ਕੀਤੀ। ਅਸੀਂ ਚਾਹੁੰਦੇ ਜਿਹੜੀ ਸਾਡੇ ਨਾਲ ਸੱਟਾਂ ਲਾਈਆਂ ਨੇ ਕੀਤੀ ਹੈ, ਇਹਨਾਂ ਦਾ ਆਪਣਾ ਇਹਨਾਂ ਤੇ ਕਾਰਵਾਈ ਬਣਦੀ ਕਰਨੀ ਚਾਹੀਦੀ ਹੈ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਆਣ ਕੇ ਇਹਦਾ ਪਤਾ ਕਰੋ ਵੀ ਇਹ ਸ਼ਰਾਬਾਂ ਪੀਂਦੇ ਜਾਂ ਨਹੀਂ ਪੀਂਦੇ। ਹਾਲਾਂਕਿ ਰੌਲਾ ਪ੍ਰਧਾਨਗੀ ਦਾ ਸੀ ਤੇ ਦੋ ਧਿਰਾਂ ਭਿੜੀਆਂ ਸਨ, ਪਰ ਆਟੇ ਨਾਲ ਘੁਣ ਵਾਂਗੂ ਸੰਗਤਾਂ ਨੂੰ ਵੀ ਸੱਟਾਂ ਲੱਗ ਗਈਆਂ, ਜਿਸ ਦੇ ਵਿੱਚ 2 ਮਹਿਲਾਵਾਂ ਜ਼ਖਮੀ ਹੋਈਆਂ ਨੇ। ਜਦੋਂ ਬੈਠੇ ਸਮਾਪਤੀ ਹੋਈ ਸੀ ਤੇ ਜਸਵੰਤ ਸਿੰਘ ਖਾਲਸਾ ਜਿਹੜਾ ਪ੍ਰਧਾਨ ਸੀ ਗੁਰਦੁਆਰੇ ਦੇ ਉੱਤੇ ਹਮਲਾ ਕੀਤਾ ਸੀ। ਕਿਉਂ ਕੀਤਾ ਜੀ? ਉਹ ਗੁਰਦੁਆਰੇ ਕਮੇਟੀ ਚ ਰੌਲਾ ਸੀ ਕੋਈ ਉਹਨਾਂ ਦਾ। ਕਿਸ ਗੱਲ ਨੂੰ ਲੈ ਕੇ? ਪਤਾ ਨਹੀਂ ਕੋਈ ਪਿਛਲਾ ਪੁਰਾਣਾ ਰੌਲਾ ਸੀ ਉਹਨਾਂ ਦਾ। ਤੁਸੀਂ ਉੱਥੇ ਕਿਵੇਂ ਗਏ ਸੀ? ਅਸੀਂ ਅੱਜ ਸੰਗਰਾਂਦ ਸੀ ਗੁਰਦੁਆਰਾ ਸਾਹਿਬ ਗਏ। ਪੁਲਿਸ ਨੇ ਪੀੜਤ ਮਹਿਲਾ ਦੇ ਬਿਆਨਾਂ ਦੇ ਉੱਤੇ 9 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਤੇ 3 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਪੜਤਾਲ ਕੀਤੀ ਹੈ। ਜਾ ਕੇ ਮੌਕੇ ਦਾ ਜਾਇਜ਼ਾ ਲਿਆ ਹੈ ਤੇ ਉਹਦੇ 'ਚ 2 ਬੰਦੇ ਹਸਪਤਾਲ ਇੱਥੇ ਆਪਣੇ ਦਾਖਲ ਹੋਏ ਸੀ ਲੋਕਲੀ ਫਰੀਦਕੋਟ। ਉਹਨਾਂ 'ਚ ਇੱਕ ਲੇਡੀ ਹੈਗੇ ਸਨ, ਉਹਨਾਂ ਦੇ ਬਿਆਨਾਂ ਤੇ ਅਸੀਂ ਇੱਕ ਪਰਚਾ ਦਰਜ ਕੀਤਾ ਹੈ ਸਿਟੀ ਫਰੀਦਕੋਟ ਥਾਣੇ 'ਚ ਵੱਖ-ਵੱਖ ਧਾਰਾਵਾਂ ਦੇ 8-9 ਬੰਦਿਆਂ ਦੇ ਖਿਲਾਫ, ਜਿਹਦੇ 'ਚੋਂ SHO ਨੇ ਮੌਕੇ ਤੇ ਹੀ ਕਾਰਵਾਈ ਕਰਦੇ ਤੇ ਰੇਡ ਕਰਕੇ ਤੇ 3 ਬੰਦੇ ਐਪਰੀਹੈਂਡ ਵੀ ਕਰ ਲਏ। ਬੇਸ਼ੱਕ ਮਾਮਲਾ ਪੁਲਿਸ ਦੇ ਕੋਲ ਪਹੁੰਚ ਚੁੱਕਿਆ ਹੈ, ਜਾਂਚ ਹੋਵੇਗੀ, ਦੋਸ਼ੀਆਂ ਨੂੰ ਸਜ਼ਾ ਮਿਲੇਗੀ, ਪਰ ਸਿੱਖ ਮਰਿਆਦਾ ਦਾ ਘਾਣ ਕਰਨ ਵਾਲੇ ਇਹਨਾਂ ਕੜਮ ਚੌਧਰੀਆਂ ਨੂੰ ਸਜ਼ਾ ਕੌਣ ਦੇਵੇਗਾ ਤੇ ਕੌਣ ਬਣਾਏਗਾ ਪ੍ਰਧਾਨਗੀ ਦੇ ਨਿਯਮ? ਕਿਉਂ ਰੌਲਾ ਗੋਲਕਾਂ ਦਾ ਏ, ਰੌਲਾ ਪ੍ਰਧਾਨਗੀਆਂ ਦਾ ਏ। ਫਰੀਦਕੋਟ ਤੋਂ ਨਰੇਸ਼ ਸੇਠੀ, ਨਿਊਜ਼ 18 ਪੰਜਾਬ। ਸਾਡੇ ਨਾਲ ਇਸ ਸਮੇਂ ਫੋਨ ਲਾਈਨ ਦੇ ਉੱਤੇ ਜਸਵੰਤ ਸਿੰਘ ਜੀ ਜੁੜ ਚੁੱਕੇ ਨੇ, ਪ੍ਰਧਾਨ ਨੇ ਗੁਰਦੁਆਰਾ ਕਮੇਟੀ ਦੇ। ਜਸਵੰਤ ਜੀ, ਸਵਾਗਤ ਹੈ ਤੁਹਾਡਾ। ਪਹਿਲਾ ਸਵਾਲ ਇਹੀ ਕਿ ਘਟਨਾਕ੍ਰਮ ਉੱਥੇ ਵਾਪਰਿਆ ਹੀ ਕਿਉਂ? ਗੁਰੂ ਘਰ ਦੇ ਵਿੱਚ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਆਖਿਰ ਅਜਿਹੀ ਨੌਬਤ ਕਿਉਂ ਆ ਗਈ ਕਿ ਕੋਈ ਉੱਥੇ ਲੜਨ ਲੱਗ ਗਿਆ, ਕਿਰਪਾਨਾਂ ਚੱਲ ਪਈਆਂ? ਗੌਰਵ ਜੀ, ਸਭ ਤੋਂ ਪਹਿਲਾਂ ਤਾਂ ਮੈਂ ਜਿੰਨੇ ਵੀ ਮੈਨੂੰ ਆਨਲਾਈਨ ਸਾਰੇ ਸੁਣ ਰਹੇ ਆ ਮੈਂ ਸਾਰੀ ਹੀ ਸੰਗਤ ਤੋਂ ਮਾਫੀ ਚਾਹੁੰਦਾ ਹਾਂ ਕਿ ਮੇਰੇ ਸਮੇਂ ਦੇ ਦੌਰਾਨ ਇਹੋ ਜਿਹੀ ਘਟਨਾ ਘਟੀ। ਮੈਂ ਇਸ ਨੂੰ 3 ਸਾਲ ਤੋਂ ਟਾਲਦਾ ਆ ਰਿਹਾ ਸੀ। ਮੈਂ ਕਿਤਾਬ ਦਾ ਸੈਨ ਕੋਨਾ ਤੇ ਬੜੇ ਠੰਡੇ ਦਿਮਾਗ ਨਾਲ ਕੰਮ ਕਰਦਾ ਆ ਰਿਹਾ ਸੀ। ਇਹਨਾਂ ਨੇ ਪਹਿਲਾਂ 2 ਗੁਰਦੁਆਰਾ ਸਾਹਿਬ ਦੇ ਉੱਤੇ ਕੇਸ ਵੀ ਕੀਤੇ ਹੋਏ ਸੀ ਕਿ ਚਲ ਉਧਰੋਂ ਫੈਸਲਾ ਹੋ ਜਾਏਗਾ। ਬਾਕੀ ਸਾਡੇ 5-6 ਮਹੀਨੇ ਰਹਿੰਦੇ ਸੀ, 4 ਸਾਲਾਂ ਤੇ ਸੇਵਾ ਲਿਖੀ ਸੀ। ਅਸੀਂ ਕਿਹਾ ਚਲੋ ਇਹਨਾਂ ਨੂੰ ਦੇ ਦਿਆਂਗੇ, ਇਹਨਾਂ ਨੂੰ ਸੇਵਾ ਸੰਭਾਲ ਦਿਆਂਗੇ ਤੇ ਅੱਗੇ ਚੱਲ ਕੋਈ ਸੰਗਤ ਆਪੇ ਆਪਦਾ ਕੋਈ ਵਿਧੀ ਵਿਧਾਨ ਬਣਾ ਲੂਗੀ ਜੀ। ਇਹਨਾਂ ਨੇ 3 ਸਾਲਾਂ ਦੇ ਵਿੱਚ ਸਾਡੇ ਉੱਤੇ ਕੋਈ 20-25 ਜਿਹੜੀਆਂ ਨਾ ਕਟਾ ਇਹਨਾਂ ਨੇ ਸਾਡੇ ਉੱਤੇ ਦੇ ਦਿੱਤੀਆਂ ਐਪਲੀਕੇਸ਼ਨਾਂ। ਇੱਕ 307 ਦਾ ਕੇਸ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਮੇਰੇ ਤੇ ਮੇਰੇ ਨਾਲ ਜਿਹੜਾ ਖਜ਼ਾਨਚੀ ਕੰਮ ਕਰਦਾ। ਇੱਕ ਇਹਨਾਂ ਨੇ ਕਿਸੇ ਦੇ ਘਰੇ ਚਿੱਠੀ ਸਿੱਟ ਕੇ ਉਹ ਵੀ ਮੇਰੇ ਨਾਲ ਲਾਤੀ ਇਹਨਾਂ ਨੇ। ਤੇ ਪ੍ਰਸ਼ਾਸਨ ਨੂੰ ਅਸੀਂ 1 ਮਹੀਨਾ ਪਹਿਲਾਂ ਹੀ SSP ਸਾਹਿਬ ਨੂੰ ਮਿਲ ਕੇ ਆਏ ਸੀ ਆਪਣੀ ਸਾਰੀ ਕਮੇਟੀ ਜਾ ਕੇ ਕਿ ਸਾਡੇ ਨਾਲ ਇਹ ਗੱਲਾਂ ਕਰਦਾ ਜੀ, ਇਸ ਤਰ੍ਹਾਂ ਸਾਨੂੰ ਇਹ ਖਤਰਾ ਹੈ ਇਹਦੇ ਤੋਂ। ਤੇ ਉਹ ਧਿਆਨ ਨਾਲ ਸੁਣੀ ਗੱਲ SSP ਸਾਹਿਬ SSO ਸਾਹਿਬ ਦੇ ਧਿਆਨ ਤਾਂ ਕਰ ਰਹੇ ਜੀ। ਉਹਨਾਂ ਨੇ ਲਿਆਂਦੀ, ਸਾਡੀਆਂ ਬਿਆਨਬਾਜ਼ੀ ਹੋਈ ਸਾਰੀ ਜੀ। ਪਰ ਅੱਜ ਦਾ ਜਿਹੜੀ ਕਮਾਲ ਹੋਈ ਹੈ ਜੀ, ਇਹਨਾਂ ਨੇ ਢਾਹ ਕੇ ਹੀ ਆਏ ਸੀ ਕਿ ਅਸੀਂ ਅੱਜ ਇਹ ਕੰਮ ਕਰਨਾ ਹੀ ਕਰਨਾ ਜੀ। ਮੈਂ ਤਾਂ ਕੁਝ ਨਹੀਂ, ਸੰਗਤ ਬਾਬਾ ਫਰੀਦ ਆਗਮਨ ਗੁਰਪੁਰਬ ਚੱਲ ਰਿਹਾ ਜੀ ਇੱਥੇ, ਉਹਦੇ ਸੰਬੰਧੀ ਕੁਝ ਗੱਲਾਂ ਸੀ ਸੰਗਤ ਨਾਲ ਵਿਚਾਰ ਕਰਨੇ ਸੀ। ਉਹ ਕਰਕੇ ਮੈਂ ਆਪਦੇ ਸਥਾਨ ਤੇ ਬਹਿ ਗਿਆ ਜਾ ਕੇ ਜੀ। ਜਦੋਂ ਬੈਠਾ ਤੇ ਇਹ ਉੱਠ ਕੇ ਜਾ ਕੇ ਮੇਰੇ ਗੱਲ ਪੈਣ ਲੱਗੇ, ਪਰ ਸੰਗਤਾਂ ਜ਼ਿਆਦਾ ਹੋਣ ਕਰਕੇ ਉਹ ਇੱਕਦਮ ਇਹਦੇ ਅੱਗੇ ਹੋ ਗਈਆਂ ਜੀ। ਇਹਦਾ ਪਿੱਛੋਂ ਆਪਦੇ ਹਥਿਆਰ ਵੀ ਨਾਲ ਲੈ ਕੇ ਗਏ ਸੀਗੇ ਜੀ। ਪਰ 1-2 ਜਿਹੜੇ ਸੰਗਤਾਂ ਨੇ ਖੋਲੇ ਮੁੜ ਕੇ ਇਹਨਾਂ ਨੇ ਜਿਹੜੇ ਗੁਰੂ ਮਹਾਰਾਜ ਦੇ ਮੂਹਰੇ ਸ਼ਾਸਤਰ ਵਿੱਚ ਉਹੀ ਚੱਕ ਕੇ ਗੱਲ ਪੈ ਗਈ ਜੀ। ਫਿਰ ਉਹ ਵੀ ਸੰਗਤਾਂ ਨੇ ਖੋਏ ਖਾਏ, ਫਿਰ ਕੋਈ ਧੱਕਾ ਮੁੱਕੀ ਹੋਈ। ਜਸਵੰਤ ਜੀ, ਤੁਹਾਡੀਆਂ ਸਾਰੀਆਂ ਗੱਲਾਂ ਸਮਝ ਆ ਰਹੀਆਂ, ਪਰ ਜਿਹੜਾ ਹਮਲਾ ਉਹ ਤਾਂ ਤੁਹਾਡੀ ਧਿਰ ਦੇ ਵੱਲੋਂ ਵੀ ਕੀਤਾ ਗਿਆ ਨਾ, ਉਹ ਤਾਂ ਸਾਫ਼ ਤਸਵੀਰਾਂ ਦੱਸ ਰਹੀਆਂ ਕਿ ਦੋਵੇਂ ਲੜ ਰਹੇ ਨੇ ਆਪਸ। ਗੌਰਵ ਜੀ, ਜਦੋਂ ਕੋਈ ਕਿਸੇ ਤੇ ਕੋਈ ਹਮਲਾ ਕਰਦਾ ਤੇ ਫਿਰ ਉਹ ਹੱਥ ਦੋਨੇ ਬੰਨ ਕੇ ਆਪਦੇ ਪਿੱਛੇ ਕਰ ਲੈਂਦਾ ਜੀ। ਨਹੀਂ, ਫਿਰ ਗੁਰੂ ਘਰ ਦੇ ਵਿੱਚ ਗੁਰੂ ਸਾਹਿਬ ਦੀ ਹਾਜ਼ਰੀ, ਗੁਰੂ ਘਰ ਵੀ ਮੰਨਦਾ ਜੀ। ਗੁਰੂ ਘਰ ਸਾਡੇ ਵਾਸਤੇ ਵੀ ਗੁਰੂ ਘਰ ਆ, ਉਹਦੇ ਵਾਸਤੇ ਵੀ ਗੁਰੂ ਘਰ। ਜਿਹੜਾ ਪਹਿਲ ਕਰਦਾ ਗੁਰੂ ਘਰ ਉਹਦੇ ਵਾਸਤੇ ਹੋਣਾ ਚਾਹੀਦਾ। ਅਸੀਂ ਵੀ ਸਰਦਾ ਭਾਵਨਾ ਨਾਲ ਮੰਨਦੇ ਹਾਂ, ਸਰਦਾ ਪੂਰੀ ਰੱਖਦੇ ਗੁਰੂ ਘਰ। ਪਰ ਜੇ ਸਾਡੇ ਮੂੰਹ ਤੇ ਲੱਪੜ ਮਾਰਨ ਆਣ ਕੇ ਸਾਡੇ ਡਾਂਗਾ ਮਾਰਨ, ਅਸੀਂ ਚੁੱਪ ਕਰ ਜਾਂਦੇ ਜੀ ਪਿੱਛੇ ਹੋ ਕੇ। ਨਹੀਂ, ਪਰ ਮਰਿਆਦਾ ਤਾਂ ਤੁਸੀਂ ਵੀ ਧਿਆਨ ਰੱਖੋਗੇ ਨਾ ਸਰ। ਤੁਹਾਨੂੰ ਲੱਗਦਾ ਹੈਗਾ ਕਿ ਜਿਹੜੀ ਧਿਰ ਨੇ ਪਹਿਲਾਂ ਹਮਲਾ ਕਰ ਲਿਆ ਸੀ, ਕੋਈ ਦਿੱਕਤ ਨਹੀਂ। ਦਾਦੂਵਾਲ ਜੀ ਜੁੜੇ ਹੋਏ ਸੀ ਸਾਡੇ ਨਾਲ, SGPC ਦੇ ਮੈਂਬਰ ਥੋੜੀ ਦੇਰ ਪਹਿਲਾਂ ਜੁੜੇ ਹੋਏ ਸੀ, ਕਹਿੰਦੇ ਜਿਹਨੇ ਪਹਿਲਾਂ ਹਮਲਾ ਕੀਤਾ ਉਹ ਤਾਂ ਕਸੂਰਵਾਰ ਹੈ ਹੀ, ਜਿਹਨੇ ਹਮਲਾ ਹੋਣ ਤੋਂ ਬਾਅਦ ਵੀ ਉੱਥੇ ਵਾਪਸ ਅਟੈਕ ਕਰ ਦਿੱਤਾ, ਵਾਪਸ ਹਮਲਾ ਕਰ ਦਿੱਤਾ, ਉਹ ਵੀ ਬਰਾਬਰ ਦੀ ਕਸੂਰਵਾਰ। ਇਹ ਤਾਂ ਜੀ ਸੰਗਤ ਬਹੁਤ ਜ਼ਿਆਦਾ ਸੀ ਕਿ ਉੱਥੇ ਪਤਾ ਨਹੀਂ ਲੱਗਾ ਕੀ ਕਰਦਾ ਕੀ ਹੋ ਗਿਆ ਮਿੰਟ ਵਿੱਚ। ਸੰਗਤ ਬਹੁਤ ਸੀ। ਨਹੀਂ, ਜਿਹੜਾ ਤੁਸੀਂ ਕਹਿੰਦੇ ਹੋ 307 ਦਾ ਪਰਚਾ ਚਿੱਠੀ ਕਿਤੇ ਸਿੱਟ ਦਿੱਤੀ, SSP ਦੇ ਨੌਲੇਜ ਦੇ ਵਿੱਚ ਹੈ, ਤੁਹਾਨੂੰ ਲੱਗਦਾ ਕਿ ਉਹ ਪੂਰਾ ਜਸਟੀਫਾਈ ਕਰ ਰਿਹਾ? ਤੁਸੀਂ ਆਪਣੇ ਬਿਆਨਾਂ ਨਾਲ ਜਸਟੀਫਾਈ ਕਰ ਰਹੇ ਹੋ ਜੋ ਉੱਥੇ ਕੁਝ ਹੋਇਆ? ਇਸ 3 ਸਾਲ ਤੋਂ ਸਾਡੇ ਪਿੱਛੇ ਲੱਗੇ ਹੋਏ ਸਾਨੂੰ ਖਰਾਬ ਕਰਦੇ ਰਹੇ। ਅੱਜ ਫਿਰ ਗੁਰਦੁਆਰਾ ਸਾਹਿਬ ਦੇ ਉੱਪਰ ਹੀ ਚੜ ਗਏ ਜੀ ਇਹ ਜੀ। ਨਹੀਂ, ਪਰ ਗੁਰੂ ਘਰ ਦੇ ਅੰਦਰ ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਇਹਨੂੰ ਟਾਲ ਸਕਦੇ ਸੀ, ਉੱਠ ਕੇ ਬਾਹਰ ਆ ਜਾਂਦੇ? ਕਿ ਜੇ ਅੰਦਰ ਅਸੀਂ ਤਾਂ ਦੋਨੇ ਹੱਥ ਜੋੜ ਕੇ, ਸਭ ਤੋਂ ਪਹਿਲਾਂ ਮੈਂ ਉੱਠ ਕੇ ਮੇਰੇ ਗੱਲ 12 ਸੈਕਿੰਡ ਦੀ ਵੀਡੀਓ ਹੈ ਸਰ, ਉੱਥੇ ਕੋਈ ਹੱਥ ਜੋੜ ਕੇ ਨਹੀਂ ਖੜਾ, ਸਭ ਦੇ ਹੱਥ ਚੱਲ ਰਹੇ ਆ।
ਤੁਸੀਂ ਉੱਥੇ ਹੱਥ ਜੋੜ ਕੇ ਨਹੀਂ ਜੀ, ਜੇ ਤੁਸੀਂ ਮੇਰੇ ਵਾਲੀ ਜਿਹੜੀ ਫੁਟੇਜ ਦੇਖੋਗੇ ਨਾ ਸੀਸੀਟੀਵੀ ਕੈਮਰੇ ਦੀ ਟੀਵੀ ਦੀ, ਉਹਦੇ ਵਿੱਚ ਵੇਖੋ ਤੁਸੀਂ, ਉਹਦੇ 'ਚ ਮੈਂ ਹੱਥ ਜੋੜ ਕੇ ਖੜਾ ਇਹਨਾਂ ਦੇ ਮੂਹਰੇ ਜਦੋਂ ਮੇਰੇ ਗੱਲ ਪੈਂਦੇ ਆਣ ਕੇ ਸ਼ੁਰੂ 'ਚ। ਨਹੀਂ ਫਿਰ ਆਖਰ ਨੂੰ ਤੁਹਾਡੇ ਜਿਹੜੇ ਤੁਸੀਂ ਜਾਂ ਤੁਹਾਡੇ ਲੋਕਾਂ ਨੇ ਵੀ ਹੱਥ ਤਾਂ ਚੁੱਕਿਆ ਹੀ ਨਾ, ਉੱਥੇ ਝੜਪ ਤਾਂ ਹੀ ਹੋਈ। ਇਹ ਤਾਂ ਜੀ ਸੰਗਤ ਖੜੀ ਸੀ ਉੱਥੇ, ਬਾਅਦ 'ਚ ਫਿਰ ਚੱਕਿਆ ਨਹੀਂ ਚੱਕਿਆ ਇਹਦੇ ਬਾਰੇ ਤਾਂ ਹੁਣ ਤੁਸੀਂ ਆਪ ਸੋਚ ਲਓ ਵੀ ਕੋਈ ਕੀ ਕਰਦਾ। ਫਿਰ ਉਹ ਜਦੋਂ ਫੜ ਕੇ ਬਥੇਰੀ ਸੰਗਤ ਨੇ ਫੜ ਕੇ ਪਾਸੇ ਵੀ ਕੀਤਾ, ਪਰ ਉਹ ਨਹੀਂ ਵਿੱਚ ਵੱਜੇ ਆਣ ਕੇ ਜਦੋਂ ਲੇਡੀਜ਼ ਵੀ ਤੁਹਾਨੂੰ ਲੱਗਦਾ ਕਿ ਗੁਰੂ ਘਰ ਦੇ ਵਿੱਚ ਜੇਕਰ ਕਿਸੇ ਨੇ ਹੱਥ ਚੁੱਕਿਆ ਗੁਰੂ ਘਰ ਦੇ ਵਿੱਚ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ, ਤਾਂ ਉਹ ਬਰਾਬਰ ਫਿਰ ਹੱਥ ਚੱਕ ਕੇ ਉੱਥੇ ਹੀ ਪੂਰਾ ਤਮਾਸ਼ਾ ਕਰ ਲਵੇ? ਤੁਹਾਨੂੰ ਲੱਗਦਾ ਕਿਸ ਤਰੀਕੇ ਨਾਲ ਹੋਣਾ ਚਾਹੀਦਾ? ਕੋਸ਼ਿਸ਼ ਸਾਡੀ ਇਹ ਸੀ ਨਾ ਵੀ ਬਾਹਰ ਜਾਏ, ਮੈਨੂੰ ਕਿਹਾ ਵੀ ਆਪਾਂ ਬਾਹਰ ਚਲੋ, ਗਲੀ ਚੱਲ, ਜੇ ਕੋਈ ਨਿਬੜਦਾ ਰੌਲਾ ਪਾਪਣਾ ਹੈਗਾ ਆਪਾਂ ਬਾਅਦ ਚ ਕਰ ਲਾਂਗੇ, ਕੋਈ ਗੱਲ ਨਹੀਂ। ਪਰ ਉਹ ਭਾਰੀ ਇੰਨੇ ਹੋ ਗਏ, ਢਾਹ ਕੇ ਆਏ ਸੀਗੇ, 10-12 ਜਣੇ ਸੀਗੇ। ਨਹੀਂ ਪਰ ਤੁਹਾਨੂੰ ਨਹੀਂ ਲੱਗਦਾ ਪਛਤਾਵਾ ਨਹੀਂ ਤੁਹਾਨੂੰ ਕਿ ਨਹੀਂ ਹੋਣਾ ਚਾਹੀਦਾ ਸੀ? ਮੈਂ ਤਾਂ ਜੀ ਗੌਰਵ ਜੀ ਪਹਿਲਾਂ ਹੀ ਹੱਥ ਬੰਨ ਕੇ ਬੇਨਤੀ ਕੀਤੀ, ਸੰਗਤ ਤੋਂ ਮਾਫੀ ਮੰਗੀ ਵੀ ਮੇਰੇ ਸੇਵਾ ਦੇ ਦੌਰਾਨ ਆਹ ਕੰਮ ਹੋਇਆ, ਮੈਂ ਬਹੁਤ ਇਸ ਦਿਨ ਚੀਜ਼ ਨੂੰ ਪੁੱਛੀ, ਮੈਂ ਇਹ ਚੀਜ਼ ਦੀ ਮਾਫੀ ਚਾਹੁੰਦਾ ਸਾਰੀਆਂ ਸੰਗਤਾਂ ਤੋਂ। ਪਰਚਾ ਸਾਫ਼ ਵੀ ਕਰਦਾ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਿੱਖ ਬੁੱਧੀਜੀਵੀ ਸਾਡੇ ਨਾਲ ਜੁੜੇ, ਐਸਜੀਪੀਸੀ ਦੇ ਲੋਕ ਜੁੜੇ, ਉਹ ਸਾਰੇ ਮੰਗ ਕਰ ਰਹੇ ਨੇ ਕਿ ਹੁਣ ਜੋ ਪ੍ਰਬੰਧ ਦੇ ਵਿੱਚ ਹੈਗੇ ਨੇ ਜਾਂ ਜੋ ਪ੍ਰਬੰਧ ਦੇ ਵਿੱਚ ਆਉਣਾ ਚਾਹੁੰਦੇ ਸੀ, ਕਿਸੇ ਨੂੰ ਅੱਗੇ ਤੋਂ ਪ੍ਰਬੰਧ ਦੇ ਵਿੱਚ ਨਾ ਰੱਖਿਆ ਜਾਵੇ। ਤੁਹਾਡਾ ਵੀ ਨਾਮ ਵਿੱਚ ਹੀ ਹੈ ਕਿ ਕੋਈ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਦੇ ਵਿੱਚ ਇਹ ਲੋਕ ਨਹੀਂ ਹੋਣੇ ਚਾਹੀਦੇ। ਬਿਲਕੁਲ ਜੀ, ਗੱਲ ਤਾਂ ਉੱਥੇ ਆ ਜਾਂਦੀ ਨੇ ਜੀ, ਹੁਣ ਚੰਗੇ ਮਾੜੇ ਦੀ ਕੀ ਪਛਾਣ ਹੋਊਗੀ, ਕੌਣ ਠੀਕ ਕਰ ਰਿਹਾ ਕੌਣ ਗਲਤ, ਸੇਵਾ ਤੱਕ ਵੀ ਨਿਭਾਏਗਾ ਜੀ। ਨਹੀਂ ਉਹ ਕਹਿੰਦੇ ਕਿ ਨਵੇਂ ਲੋਕ ਲੈ ਕੇ ਆਉਣ ਸੰਗਤ ਕੀ, ਜਿਹੜੇ ਹੁਣ ਮੌਜੂਦਾ ਨੇ ਉਹ ਵੀ ਨਹੀਂ ਚਾਹੀਦੇ, ਜਿਹੜੇ ਚਾਹੁੰਦੇ ਸੀ ਕਿ ਸਾਨੂੰ ਦੇ ਦਿੱਤੀ ਜਾਵੇ ਉਹ ਵੀ ਨਹੀਂ ਚਾਹੀਦੇ। ਗੁਰਵ ਜੀ ਇੱਕ ਗੱਲ ਸੁਣੋ ਜੀ, ਅੱਜ ਤੋਂ 3 ਸਾਲ ਪਹਿਲਾਂ ਕਮੇਟੀ ਬਦਲੀ ਹੋਈ ਆ, ਉਦੋਂ ਵੀ ਇਸ ਬੰਦੇ ਨੇ ਜਿਹੜਾ ਉਹਦੀਆਂ ਰਿਪੋਰਟਾਂ ਵੀ ਸਾਡੇ ਕੋਲ ਸੀ, ਉਹਨੇ ਉਸ ਟਾਈਮ ਵੀ ਉਹਨੇ ਝਗੜਾ ਕੀਤਾ ਸੀਗਾ ਤੇ ਕਮੇਟੀ ਨਵੀਂ ਬਣ ਗਈ, ਪਰ ਸੰਗਤਾਂ ਨੇ ਉਹਨੇ 550 ਸਾਲਾਂ ਜਦੋਂ ਗੁਰੂ ਨਾਨਕ ਦੇਵ ਜੀ ਦਾ ਬਣਾਇਆ ਨਾ ਮਨਾਇਆ ਆਪਾਂ, ਉਸ ਟਾਈਮ ਤੇ ਕਮੇਟੀ ਨੇ ਆਪਦੀ 1250 ਦੇ 1100 ਦੇ ਕਰੀਬ ਸੰਗਤ ਸੀ, ਉਹਨਾਂ ਦੇ ਵਿੱਚ ਇਹ ਕਮੇਟੀ ਚੁਣੀ ਗਈ 4 ਸਾਲ ਵਾਸਤੇ ਜੀ। ਤੇ ਇਹ ਫਿਰ ਵੀ ਜੀ ਤੁਹਾਨੂੰ ਨਹੀਂ ਲੱਗਦਾ ਕਿ ਜੇ ਤੁਸੀਂ 3 ਸਾਲ ਦਾ ਜ਼ਿਕਰ ਕਰ ਰਹੇ ਹੋ, ਪੰਜਾਬੀ ਚ ਕਹਿੰਦੇ ਆ ਨਾ ਕਿ ਕਰੀ ਕਰਾਈ ਤੇ ਮਿੱਟੀ ਪਵਾਲੀ, ਇਸ ਪੂਰੇ ਘਟਨਾਕ੍ਰਮ ਨੇ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੀ 3 ਸਾਲ ਦੀ 3.5 ਸਾਲ ਦੀ ਕਰੀ ਕਰਾਈ ਤੇ ਮਿੱਟੀ ਪਾ ਦਿੱਤੀ? ਬਿਲਕੁਲ ਜੀ, ਅਸੀਂ ਇਹ ਚੀਜ਼ ਨਾਲ ਸਹਿਮਤ ਹਾਂ, ਪਰ ਅਸੀਂ ਇਹੀ ਚਾਹੁੰਦੇ ਸੀ ਵੀ ਇਹ ਕੰਮ ਨਾ ਹੋਵੇ, ਨਾ ਚਲਿਆ ਜਾਵੇ, ਪਰ ਹੁਣ ਜੇ ਸਿਰੇ ਤੇ ਗੱਲ ਹੀ ਆ ਗਈ, ਹੁਣ ਲਾਸਟ ਤੇ ਪੈ ਗਏ, ਗਾਲਾਂ ਕੇ ਕੀ ਕਰਦੇ ਜੀ? ਨਹੀਂ, ਗੁਰੂ ਘਰ ਦੇ ਵਿੱਚ ਬੇਅਦਬੀ ਹੋਈ ਹੈ, ਤੁਸੀਂ ਮੰਨਦੇ ਹੋ ਕਿ ਨਹੀਂ? ਮੈਂ ਤਾਂ ਪਹਿਲਾਂ ਹੀ ਮਾਫੀ ਮੰਗ ਚੁੱਕਾ ਜੀ ਸੰਗਤਾਂ ਤੋਂ ਕਿ ਮੇਰੀ ਸੇਵਾ ਦੇ ਦੌਰਾਨ ਇਹ ਕੰਮ ਹੋਇਆ ਜੀ, ਮੈਂ ਉਹਨਾਂ ਸੰਗਤਾਂ ਤੋਂ ਮੇਰਾ ਲੋਕਾਂ ਦੇ ਵਿੱਚ ਗੁੱਸਾ ਹੈ ਬੜਾ ਜ਼ਬਰਦਸਤ ਜਸਵੰਤ ਜੀ, ਪੂਰੇ ਪੰਜਾਬ 'ਚ ਜਿੱਥੇ ਵੀ ਇਹ ਤਸਵੀਰਾਂ ਗਈਆਂ ਨੇ, ਤੁਸੀਂ ਸੋਸ਼ਲ ਮੀਡੀਆ ਚੁੱਕ ਕੇ ਦੇਖੋ, ਲੋਕਾਂ ਨੇ ਕਮੈਂਟ ਕਰ ਕਰਕੇ ਇੰਨਾ ਜ਼ਿਆਦਾ ਗੁੱਸਾ ਕੱਢਿਆ ਹੋਇਆ ਕਿ ਸ਼ਾਇਦ ਕਮੈਂਟ ਪੜ੍ਹੇ ਵੀ ਨਾ ਜਾਣ। ਮੈਂ ਜੀ ਇੰਨਾ ਗੁੱਸਾ ਲੋਕਾਂ ਦੇ ਵਿੱਚ ਕਿ ਗੁਰੂ ਘਰ ਦੇ ਵਿੱਚ ਗੁਰੂ ਸਾਹਿਬ ਦੀ ਹਾਜ਼ਰੀ 'ਚ ਕਿਸੇ ਨੇ ਹੱਥ ਚੁੱਕ ਕਿਵੇਂ ਲਿਆ, ਤੇ ਉਸ ਤੋਂ ਬਾਅਦ ਫਿਰ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਕਿ ਨਹੀਂ ਗੁਰੂ ਸਾਹਿਬ ਦੀ ਮੌਜੂਦਗੀ ਹੈ ਉੱਥੇ, ਗੁਰੂ ਘਰ ਹੈ ਉੱਥੇ, ਸੰਗਤ ਵੀ ਆਉਂਦੀ ਹੈ, ਛੋਟੇ ਛੋਟੇ ਬੱਚੇ ਮਹਿਲਾਵਾਂ ਖੜੇ ਨੇ, ਬਸ ਸਭ ਇੱਕ ਦੂਜੇ ਨੂੰ ਮਾਰਨ ਦੇ ਉੱਤੇ ਤੁਲ ਗਏ। ਹਾਂਜੀ ਹਾਂਜੀ ਗੁਰੂ ਜੀ, ਉਹ ਤੁਹਾਨੂੰ ਦੱਸ ਦੇਣਾ ਵੀ ਜਿਹੜਾ ਤਾਂ ਗੁਰੂ ਗ੍ਰੰਥ ਸਾਹਿਬ ਮੰਨਦਾ ਉਹਨੂੰ ਚੇਪਾ, ਜੇ ਦੂਜੇ ਨੂੰ ਕੀ ਚੇਪਾ, ਜਿਹੜਾ ਜਿਹਨੇ ਕੰਮ ਹੀ ਇਹ ਕਰਨੇ ਆ, ਉਹਦਾ ਪਿਛਲਾ ਰਿਕਾਰਡ ਹੀ ਇਦਾਂ ਦਾ, ਉਹਨੇ ਇਹ ਕੰਮ ਹੀ ਕਰਨਾ ਸੀ, ਉਹਨੇ ਤਾਂ ਇੱਕ ਮੈਂ ਲਿਬੜੀ ਦਬੇੜ ਨਹੀਂ ਚੁਣੇ ਧਾਰ ਕੇ ਦੂਜੀ ਨਾਲ। ਅਸੀਂ ਬਸੇਰੀ ਕੋਚ ਸੰਗਤਾਂ ਨੇ ਪੜ੍ਹਿਆ ਪਰ ਨਹੀਂ ਹੋ ਰਹੇ ਪੜ੍ਹੇ। ਤੇ ਪੁਲਿਸ ਕੋਲ ਤੁਸੀਂ ਪਹੁੰਚੇ ਮਾਮਲਾ ਲੈ ਕੇ? ਪੁਲਿਸ ਨੂੰ ਜੀ ਇੱਥੇ ਫੋਨ ਕੀਤਾ ਸੀ, ਪੁਲਿਸ ਖੁਦ ਪਹੁੰਚੀ, ਇੱਥੇ ਆਣ ਗਈ ਸੀ, ਜਲਦੀ ਪਹੁੰਚ ਗਈ, ਪੁਲਿਸ ਨੇ ਆਪਦਾ ਕੰਮ ਸਹੀ ਕੀਤਾ ਜੀ, ਆ ਗਈ ਸੀਗੀ ਤੇ ਉਹ ਆ ਗਈ, ਫਿਰ ਉਸ ਤੋਂ ਬਾਅਦ ਦੇ ਵਿੱਚ ਕਾਰਵਾਈ ਉਹਨੇ ਆਪਦੀ ਸ਼ੁਰੂ ਕਰਤੀ ਹੈ। ਤੇ ਜਥੇਦਾਰ ਸਾਹਿਬ ਤੱਕ ਵੀ ਮਾਮਲਾ ਪਹੁੰਚ ਗਿਆ ਇਹ? ਬਿਲਕੁਲ ਜੀ, ਇਹ ਜਾਣਾ ਚਾਹੀਦਾ, ਅਸੀਂ ਤਾਂ ਕਹਿੰਦੇ ਇਨਸਾਫ ਹੋਣਾ ਚਾਹੀਦਾ, ਜਿਹੜਾ ਵੀ ਇਸ ਤਰ੍ਹਾਂ ਦੇ ਝੰਡੇ ਤਾਂ ਕਿਵੇਂ ਚੱਲਣਗੇ ਸਾਡੇ ਗੁਰਦੁਆਰਾ ਸਾਹਿਬ? ਨਹੀਂ, ਇੱਕ ਸੁਰ ਦੇ ਵਿੱਚ ਇਹ ਕਹਿ ਰਹੇ ਨੇ ਕਿ ਧਾਰਮਿਕ ਸਜ਼ਾ ਸਭ ਨੂੰ ਮਿਲੇ, ਜਿਹੜੇ ਮੌਜੂਦਾ ਵੀ ਨੇ, ਜਿਹੜੇ ਸਾਬਕਾ ਵੀ ਨੇ, ਮਤਲਬ ਤੁਹਾਡਾ ਵੀ ਜ਼ਿਕਰ ਹੋ ਰਿਹਾ ਹੈ। ਦੇਖੋ ਜੀ, ਅਸੀਂ ਨਹੀਂ ਕਹਿੰਦੇ ਵੀ ਨਹੀਂ ਮਿਲਣੀ ਚਾਹੀਦੀ, ਪਰ ਇਹਦੇ 'ਚ ਫਿਰ ਇਨਸਾਫ ਕੀ ਹੋਊ? ਕੱਲ ਨੂੰ ਦੂਜਾ ਫਿਰ ਉੱਠ ਕੇ ਖੜਾ ਹੋ, ਦੂਜੇ ਦੇ ਬਰਾਬਰ ਇਨਸਾਫ ਤਾਂ ਸਮਝ ਆਉਂਦਾ। ਦੇਖੋ ਜਿਹੜੇ ਲੋਕ ਸਾਡੇ ਨਾਲ ਜੁੜੇ, ਦਾਦੂਵਾਲ ਜੀ ਜੁੜੇ, ਉਹ ਕਹਿੰਦੇ ਕਿ ਤੁਸੀਂ ਉਹਨਾਂ ਨੂੰ ਆਪਣੇ ਦਫ਼ਤਰ 'ਚ ਲੈ ਕੇ ਜਾ ਸਕਦੇ ਸੀ, ਬਾਹਰ ਲੈ ਕੇ ਜਾ ਸਕਦੇ ਸੀ, ਜੇ ਤੁਹਾਨੂੰ ਦੇਖ ਗਿਆ ਸੀ 8-10 ਉੱਥੇ ਲੋਕ ਆ ਗਏ ਤਾਂ ਤੁਸੀਂ ਉੱਠ ਕੇ ਬਾਹਰ ਚਲੇ ਜਾਂਦੇ, ਜੇ ਇੱਕ ਵਾਰ ਕਿਸੇ ਨੇ ਅਟੈਕ ਕਰ ਵੀ ਦਿੱਤਾ ਤਾਂ ਉੱਥੋਂ ਵੀ ਭੱਜਣ ਦਾ ਰਾਹ ਹੁੰਦਾ ਕਿ ਚਲੋ ਠੀਕ ਹੈ ਇੱਕ ਵਾਰੀ ਬਾਹਰ ਚਲੇ ਜਾਈਏ, ਘੱਟੋ ਘੱਟ ਗੁਰੂ ਘਰ ਤੋਂ ਤਾਂ ਉਸ ਹਾਲ ਤੋਂ ਬਾਹਰ ਤਾਂ ਚਲੇ ਜਾਈਏ। ਨਹੀਂ ਤੁਸੀਂ ਸੋਚਿਆ? 10-12 ਸੀ, ਇੱਕਦਮ ਗੱਲ ਪੈ ਗਈ ਜੀ, ਉਹ ਕੋਈ ਇੱਕ ਜਣਾ ਆਇੰਦਾ ਹੈ ਨਹੀਂ ਸੀ, ਇੱਕ ਜਣਾ ਪਿਆ 10-12 ਇੱਕਦਮ ਟੁੱਟ ਕੇ ਪੈ ਗਏ, ਸੰਗਤਾਂ ਨੇ ਸੰਭਾਲਿਆ ਜੀ ਉੱਥੋਂ। ਨਹੀਂ, ਉਹ ਤਾਂ ਬਰਾਬਰ ਦੀ ਫਾਈਟ ਲੱਗ ਰਹੀ ਹੈ ਸਰ, ਜਿਹੜੀਆਂ ਤਸਵੀਰਾਂ ਨਜ਼ਰ ਆ ਰਹੀਆਂ ਜਸਵੰਤ ਜੀ, ਉਹ ਬਿਲਕੁਲ ਬਰਾਬਰ ਦੀ ਲੱਗ ਰਹੀ ਹੈ ਕਿ ਇੱਕ ਪਾਸੇ ਤੋਂ ਦੂਜੇ ਪਾਸੇ ਤੋਂ ਖੂਬ ਕੁੱਟਮਾਰ ਹੋ ਰਹੀ ਹੈ। ਉਹ ਤਾਂ ਜੀ ਫਿਰ ਜਦੋਂ ਬਾਅਦ ਦੇ ਵਿੱਚ ਸੰਗਤਾਂ ਜਦੋਂ ਪੈ ਗਈਆਂ, ਗੱਲ ਸਾਰੇ ਫੜ ਲਏ, ਫਿਰ ਉਦੋਂ ਬਾਅਦ ਦੇ ਵਿੱਚ ਹੁੰਦੀ ਹੈ ਜੀ ਲੜਾਈ। ਤੁਸੀਂ ਕਹਿ ਰਹੇ ਹੋ ਸੰਗਤ ਤੁਹਾਡੇ ਨਾਲ ਹੈ? ਸੰਗਤ ਮੇਰੇ ਨਾਲ ਸਮਝ ਲਓ, ਜਾਂ ਇਨਸਾਫ ਕਰਦੀ ਜਾਂ ਕਿਵੇਂ ਕਰਦੀ, ਜਿਹੜਾ ਭਾਰੀ ਸੀ ਉਹਨੂੰ ਰੋਕਦੀ ਸੀਗੀ ਜੀ। ਹੁਣ ਸੰਗਤ ਨੇ ਜਿਹੜਾ ਆਪਦਾ ਫੈਸਲਾ ਲਿਆ, ਸੰਗਤਾਂ ਇੱਕਦਮ ਉੱਠ ਕੇ ਪੈ ਗਈਆਂ ਉੱਥੇ ਜੀ। ਠੀਕ ਹੈ, ਚਲੋ ਸ਼ੁਕਰੀਆ। ਕੁਝ ਕਹਿਣਾ ਚਾਹੋਗੇ ਆਖਿਰ ਦੇ ਵਿੱਚ, ਜਿਹੜੇ ਲੋਕ ਇਸ ਸਮੇਂ ਬਹੁਤ ਆਹਤ ਹੋਏ ਹੋਏ ਨੇ, ਜਿਨ੍ਹਾਂ ਦੇ ਦਿਲ ਤੇ ਜਿਵੇਂ ਹਿਰਦੇ ਬਲੁੰਦਰੇ ਗਏ ਨੇ ਉਹਨਾਂ ਦੇ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਗੁਰਵ ਜੀ ਪਹਿਲਾਂ ਇੱਕੋ ਹੀ ਗੱਲ ਕਹੀ ਵੀ ਮੈਂ ਤੁਸੀਂ ਮਾਫੀ ਮੰਗ ਰਹੇ ਹੋ ਸਰ, ਪਰ ਮੈਂ ਤੁਹਾਨੂੰ ਉਹੀ ਵਾਰ-ਵਾਰ ਕਹਿ ਰਿਹਾ ਕਿ ਲੋਕਾਂ ਦਾ ਗੁੱਸਾ ਇਸੇ ਗੱਲ ਨੂੰ ਹੈ,
ਕਿ ਜੇਕਰ ਕੋਈ ਬਹੁਤ ਸਮਝਦਾਰ ਬੰਦਾ ਹੈ ਤੇ ਉਹ ਇਹ ਕਹੇਗਾ ਕਿ ਚਲੋ ਮੇਰੇ ਨਾਲ ਮਾਰ ਵੀ ਲਿਆ ਜਾਂ ਕੁੱਟਮਾਰ ਸ਼ੁਰੂ ਕਰ ਦਿੱਤੀ, ਮੈਂ ਉੱਠ ਕੇ ਬਾਹਰ ਚਲਿਆ ਜਾਵਾਂ, ਕਿਉਂਕਿ ਸੀਸੀਟੀਵੀ ਲੱਗੇ ਹੈ, ਪਤਾ ਤਾਂ ਸਭ ਕੁਝ ਲੱਗ ਜਾਣਾ ਸੀ ਕਿ ਕਿਨੇ ਪਹਿਲਾਂ ਹੱਥ ਚੁੱਕਿਆ ਜਾਂ ਉੱਥੇ ਕੀ ਕੁਝ ਹੋਇਆ। ਤਾਂ ਮੈਨੂੰ ਲੱਗੇ ਮੈਂ ਪਿੱਛੇ ਹਟ ਗਿਆ, ਸੰਗਤਾਂ ਨੇ ਮੈਨੂੰ ਪਿੱਛੇ ਕਰ ਲਿਆ ਜੀ, ਮੁੜ ਕੇ ਦੂਜਿਆਂ ਨਾਲ ਚੱਲ ਪਏ ਜੀ, ਸੰਗਤਾਂ ਨਾਲ ਹੀ ਚੱਲ ਪਏ ਉਹ। ਠੀਕ ਹੈ, ਕੀ ਕਹਿਣਾ ਚਾਹੋਗੇ ਸੰਗਤ ਨੂੰ ਫਿਰ, ਜਿਹੜੇ ਲੋਕਾਂ ਦੇ ਹਿਰਦੇ ਬਲੁੰਦਰੇ ਗਏ ਨੇ, ਜਿਨ੍ਹਾਂ ਨੂੰ ਬਹੁਤ ਦੁੱਖ ਪਹੁੰਚਿਆ ਕਿ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ, ਦਰਬਾਰ ਦੇ ਵਿੱਚ ਤੁਸੀਂ ਆਹ ਸਭ ਕੁਝ ਕਰ ਦਿੱਤਾ ਜਾਂ ਹੋਇਆ ਏ? ਇਹ ਗੌਰਵ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਕਿ ਮੈਂ ਸਾਰੀਆਂ ਸੰਗਤਾਂ ਤੋਂ ਮਾਫੀ ਚਾਹੁੰਦਾ ਸਭ ਤੋਂ ਪਹਿਲਾਂ ਤਾਂ ਜੀ। ਦੂਜੀ ਗੱਲ ਇਹ ਵੀ ਜੋ ਅਸੀਂ ਪਛਤਾਪ ਕਰਦੇ ਹਾਂ ਇਸ ਚੀਜ਼ ਦਾ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਹ ਨਹੀਂ ਹੋਣੀ ਚਾਹੀਦੀ ਜਿਹੜੀ ਘਟਨਾ ਹੋਈ ਹੈ ਜੀ। ਤੇ ਹੁਣ ਪ੍ਰਬੰਧ ਕਿਹਦੇ ਕੋਲ ਰਹੇਗਾ? ਤੁਹਾਨੂੰ ਲੱਗਦਾ ਕਿ ਨਵੇਂ ਸਿਰੇ ਤੋਂ ਜ਼ਰੂਰਤ ਪ੍ਰਬੰਧ ਜੀ ਇਹ ਗੁਰਦੁਆਰਾ ਸਾਹਿਬ, ਲੋਕਲ ਗੁਰਦੁਆਰਾ ਸਾਹਿਬ ਸੰਗਤਾਂ ਦਾ ਪ੍ਰਬੰਧ, ਸੰਗਤਾਂ ਨੂੰ ਪਹਿਲਾਂ ਵੀ ਦੱਸਿਆ ਸੀ ਵੀ ਅਸੀਂ ਤਾਂ 4 ਮਹੀਨੇ ਬਾਅਦ ਵੈਸੇ ਅਸੀਂ ਮੀਟਿੰਗ ਕੀਤੀ, ਪਿੱਛੇ ਕਮੇਟੀ ਨੂੰ ਆਖਿਆ ਸੀ ਆਪਾਂ ਰਲ ਮਿਲ ਕੇ ਬਹਿ ਕੇ ਆਪਾਂ ਨਾ ਸੰਗਤਾਂ ਦੇ ਅਧੀਨ ਕਰਦੇ, ਇਹਨੂੰ ਮਰਜ਼ੀ ਦੁਆਰਾ ਦੇ ਦੇਣ, ਇਹ ਸਾਡੇ ਨਾਲ ਲੱਗਦੇ, ਸਾਡੇ ਤੇ ਆਣ ਕੇ ਫਿਰ ਕੋਈ ਨਾ ਕੋਈ ਗੱਲਬਾਤ ਕਰ ਸਕਦੇ। ਮੰਗ ਇਹ ਵੀ ਹੋ ਰਹੀ ਹੈ ਕਿ ਐਸਜੀਪੀਸੀ ਦੇ ਅੰਡਰ ਕਰ ਦਿਓ ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੱਧਾ ਕੋਈ ਨਾ ਕੋਈ ਇਸ ਦੇ ਲਈ ਨਿਯਮ ਬਣਾ ਦੇਣ। ਦੇਖੋ ਜੀ ਗੌਰਵ ਜੀ, ਗੱਲ ਤਾਂ ਰੌਲਾ ਤਾਂ ਉੱਥੇ ਆ ਗਿਆ ਨਾ, ਨਿਬੜੀ ਤਾਂ ਨਾ ਕੋਈ ਐਸਜੀਪੀਸੀ ਵਾਲਿਆਂ ਦੇ ਵੀ ਕਿਹੜਾ ਨਹੀਂ ਰੌਲੇ ਪੈਂਦੇ ਫਿਰਦੇ, ਫਿਰ ਰੌਲਾ ਤਾਂ ਉੱਥੇ ਹੀ ਆ, ਰੌਲਾ ਤਾਂ ਨਿਬੇੜਨ ਦਾ ਨਾ, ਕੀ ਨਿਬੜੇ ਇੱਥੇ। ਨਹੀਂ ਦੇਖੋ ਗੱਲ ਪਤਾ ਕੀ ਹੋ ਰਹੀ ਹੈ, ਮੈਂ ਉਹੀ ਦੱਸ ਰਿਹਾ ਤੁਹਾਨੂੰ, ਗੱਲ ਪਤਾ ਇਸ ਸਮੇਂ ਕੀ ਹਰ ਪਾਸੇ ਚਰਚਾ ਹੈ, ਕਹਿੰਦੇ ਗੱਲ ਤਾਂ ਬਸ ਗੋਲਕ ਦੀ ਹੈ। ਇਸ ਕਰਕੇ ਪ੍ਰਧਾਨਗੀ ਦੀ ਚੌਧਰ ਨੂੰ ਲੈ ਕੇ ਪੂਰੀ ਲੜਾਈ ਹੋਈ ਹੈ, ਇੱਕ ਛੱਡਣੀ ਨਹੀਂ ਚਾਹੁੰਦਾ ਸੀ, ਇੱਕ ਲੈਣੀ ਚਾਹੁੰਦਾ ਸੀ, ਤੇ ਦੇਖੋ ਉੱਥੇ ਦਰਬਾਰ ਸਾਹਿਬ 'ਚ ਹਾਲ ਕੀ ਕਰਤਾ। ਗੌਰਵ ਜੀ ਪ੍ਰਧਾਨਗੀ ਦਾ ਰੌਲਾ ਤਾਂ ਹੋਵੇ ਨਾ ਜੇ ਕੋਈ ਸਮਾਂ ਸਮਾਪਤੀ ਹੋ ਗਿਆ ਜਾਂ ਕੋਈ ਗੱਲ ਹੋਈ ਹੋਵੇ। 3 ਸਾਲ ਤੋਂ ਉਹਨਾਂ ਨੇ ਕੇਸ ਕੀਤਾ ਹੋਇਆ ਸਾਡੇ ਦੇ ਉੱਤੇ ਚੱਲ ਰਿਹਾ, ਉਹਨੂੰ ਅਸੀਂ ਦੇਖਦੇ ਹਾਂ ਉਹ ਫੈਸਲਾ ਹੋਊਗਾ, ਨਿਬੜ ਜੂਗਾ, ਜਾਂ ਅਸੀਂ ਸਾਡਾ ਸਮਾਂ ਪੂਰਾ ਹੋ ਜਾਣਾ। ਚਲੋ ਜਿਹੜਾ ਵੀ ਕੋਈ ਬਣਨਾ ਚਾਹੁੰਦਾ ਸੰਗਤ ਜੀ ਨੂੰ ਮਰਜ਼ੀ ਬਣਾ ਦਿਓ ਜੀ। ਚਲੋ ਮੈਂ ਆਖਰੀ ਸਵਾਲ ਪੁੱਛੂੰਗਾ, ਜੇਕਰ ਦੱਸ ਸਕੋ ਤੁਸੀਂ ਪ੍ਰਧਾਨ ਹੋ ਉਸ ਗੁਰਦੁਆਰਾ ਕਮੇਟੀ ਦੇ, ਬਜਟ ਕਿੰਨਾ ਇਸ ਗੁਰਦੁਆਰਾ ਸਾਹਿਬ ਦਾ? ਬਜਟ ਕੁਛ ਨਹੀਂ ਜੀ, ਬਜਟ ਸੰਗਤਾਂ ਦੀ ਸੇਵਾ ਜਿਹੜਾ ਥੋੜਾ ਬਹੁਤਾ ਇਕੱਠਾ ਕਰਨਾ, ਕੋਈ ਇਹਦੇ ਕੋਲ ਦੁਕਾਨ ਨਹੀਂ, ਕੋਈ ਮਕਾਨ ਨਹੀਂ, ਕੋਈ ਜ਼ਮੀਨ ਨਹੀਂ, ਕੋਈ ਜਾਇਦਾਦ ਨਹੀਂ, ਸਾਬਕਾ ਸੈਨਿਕ ਜੁੜੇ ਹੋਏ ਪੈਸੇ ਇਕੱਠੇ ਆਪਦੇ ਕੋਲੋਂ ਪਾਈ ਦੇ, ਕੋਈ ਬੱਚੇ ਬਾਹਰ ਅੰਦਰ ਗਏ ਵੇ, ਕੋਈ ਇੱਧਰੋਂ ਆਪ ਅਸੀਂ ਇਕੱਠੇ ਕਰਕੇ ਸੇਵਾ ਕਰਦੇ ਹਾਂ, ਜਿੰਨੀ ਵੀ ਵੱਧ ਤੋਂ ਵੱਧ ਜਾਣ ਕੇ ਸੇਵਾ ਗੁਰਦੁਆਰਾ ਸਾਹਿਬ ਲਾਈ। ਕੋਈ ਬਜਟ ਨਹੀਂ, ਕੋਈ ਸਾਲਾਨਾ ਕੋਈ ਬਜਟ ਨਹੀਂ ਹੁੰਦਾ, ਕੋਈ ਸਾਲਾਨਾ ਬਜਟ, ਕੋਈ ਦੁਕਾਨ ਮਕਾਨ, ਕੋਈ ਕਿਸੇ ਤਰ੍ਹਾਂ ਦਾ ਕੋਈ ਆਮਦਨੀ ਨਹੀਂ। ਇਹ ਸੰਗਤਾਂ ਦੇ ਜਿਹੜਾ ਥੋੜਾ ਇਕੱਠਾ ਕਰੀਦਾ, ਕੋਈ ਥੋੜਾ ਬਹੁਤਾ ਆ ਕੇ ਕੋਈ ਸੇਵਾਦਾਰ ਜਿਹੜੇ ਲੱਗੇ ਉਹਨਾਂ ਦੇ ਤੇ ਕੁਛ ਆਪ ਮਤਲਬ। ਫਿਰ ਪ੍ਰਧਾਨਗੀ ਨੂੰ ਲੈ ਕੇ ਇੰਨੀ ਖਿੱਚੋਤਾਣ ਕਿਉਂ? ਇਹ ਤਾਂ ਫਿਰ ਜੀ ਹੁਣ ਉਹੀ ਦੱਸ ਸਕਦੇ ਨੇ ਵੀ ਜੋ ਪਹਿਲਾਂ ਜਿਹੜੀ ਕਮੇਟੀ ਬਣੀ ਉਹਦੇ ਵੀ ਇਹਦੇ ਬਰਖਲਾਫ ਚੱਲੇ, ਉਹ ਪਹਿਲਾਂ ਉਦੋਂ ਪਹਿਲਾਂ ਜਿਹੜਾ ਬੰਦਾ 20 ਸਾਲ ਸੇਵਾ ਕਰ ਗਿਆ ਉਹਦੀ ਬਰਖਲਾਫ ਚੱਲਿਆ, ਹੁਣ ਦੁਬਾਰਾ ਫਿਰ 3 ਸਾਲ ਹੋ ਗਈ, ਜਿਹੜੇ 3 ਸਾਲ ਸਾਨੂੰ ਹੋ ਗਏ, ਸਾਡੇ ਵੀ ਇਹ ਚੱਲਦਾ ਰਿਹਾ, ਸਾਨੂੰ ਸਮਝ ਨਹੀਂ ਲੱਗੀ ਵੀ ਇਹ ਫਿਰ ਕੀ ਸਿਸਟਮ ਹੋ ਗਿਆ ਵੀ ਇਦਾਂ ਕਿਵੇਂ ਕਰਨਾ ਸ਼ੁਰੂ ਕਰ ਸਕਦੇ ਜੀ। ਚਲੋ ਜਸਵੰਤ ਜੀ ਇੱਕ ਸੈਕਿੰਡ ਫੋਨ ਲਾਈਨ ਤੇ ਰਹੋ ਮੇਰੇ ਨਾਲ, ਸਾਡੇ ਨਾਲ ਕੁਲਦੀਪ ਕੌਰ ਜੀ ਜੁੜ ਰਹੇ ਨੇ, ਉੱਥੇ ਮੌਜੂਦ ਸੀ ਉਸ ਸਮੇਂ, ਪ੍ਰਤੱਖਦਰਸ਼ੀ ਨੇ, ਫੋਨ ਲਾਈਨ ਤੇ ਜੁੜ ਰਹੇ ਨੇ। ਕੁਲਦੀਪ ਜੀ ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਕੁਲਦੀਪ ਕੌਰ ਜੀ ਮੇਰੀ ਆਵਾਜ਼ ਆ ਰਹੀ ਹੈ? ਕੁਲਦੀਪ ਕੌਰ ਜੀ ਆਵਾਜ਼ ਆ ਰਹੀ ਹੈ ਮੇਰੀ? ਚਲੋ ਲੱਗ ਰਿਹਾ ਹੁਣ ਤੱਕ ਆਵਾਜ਼ ਨਹੀਂ ਪਹੁੰਚ ਰਹੀ, ਮੈਂ ਦੁਬਾਰਾ ਕੋਸ਼ਿਸ਼ ਕਰਦਾ ਕਿ ਉਹਨਾਂ ਦੇ ਨਾਲ ਗੱਲਬਾਤ ਹੋ ਸਕੇ। ਸ਼ੁਕਰੀਆ ਜਸਵੰਤ ਜੀ, ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਜਸਵੰਤ ਸਿੰਘ ਕਮੇਟੀ ਦੇ ਪ੍ਰਧਾਨ ਨੇ ਤੇ ਇਹ ਕਹਿ ਰਹੇ ਨੇ ਕਿ ਉੱਥੇ ਜੋ ਕੁਝ ਹੋਇਆ ਦੂਜੀ ਧਿਰ ਨੇ ਆ ਕੇ ਸਾਡੇ ਤੇ ਹਮਲਾ ਕਰ ਦਿੱਤਾ ਤੇ ਉਸ ਤੋਂ ਬਾਅਦ ਇਹ ਸਭ ਕੁਝ ਹੁੰਦਾ ਹੋਇਆ ਨਜ਼ਰ ਆਇਆ। ਖੈਰ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਨੇ ਕਿ ਦੋਵੇਂ ਧਿਰਾਂ ਨੇ ਕੋਈ ਲਿਹਾਜ਼ ਨਹੀਂ ਰੱਖੀ, ਨਾ ਸੰਗਤ ਦੀ, ਨਾ ਬੱਚਿਆਂ ਦੀ, ਨਾ ਮਹਿਲਾਵਾਂ ਦੀ, ਗੁਰੂ ਸਾਹਿਬ ਦੀ ਲਿਹਾਜ਼ ਨਹੀਂ ਰੱਖੀ, ਹੋਰ ਤੱਕ ਇਸ ਦੀ ਕੀ ਰੱਖਣੀ ਸੀ। ਖੈਰ ਉਸ ਤੋਂ ਬਾਅਦ ਇਹ ਘਟਨਾਕ੍ਰਮ ਪੂਰਾ ਵਾਪਰਿਆ, ਤਸਵੀਰਾਂ ਸਭ ਦੇ ਸਾਹਮਣੇ ਨੇ। ਫਰੀਦਕੋਟ ਦੇ ਵਿੱਚ ਜਰਮਨ ਕਾਲੋਨੀ ਦੇ ਵਿੱਚ ਬਣੇ ਨਿਸ਼ਾਨ ਸਾਹਿਬ ਗੁਰਦੁਆਰਾ ਸਾਹਿਬ ਦੀਆਂ ਇਹ ਤਸਵੀਰਾਂ ਨੇ। ਇਹ ਸ਼ਾਮ ਦੇ ਸਮੇਂ ਤਸਵੀਰਾਂ, ਦੁਪਹਿਰ ਬਾਅਦ ਦੀਆਂ ਤਸਵੀਰਾਂ ਸਾਹਮਣੇ ਆਈਆਂ ਤੇ ਉਸ ਤੋਂ ਬਾਅਦ ਸੰਗਤ ਦੇ ਵਿੱਚ ਗੁੱਸਾ ਇਸ ਗੱਲ ਨੂੰ ਲੈ ਕੇ ਹੈ ਕਿ ਝੜਪ ਹੁੰਦੀ ਹੈ ਕਮੇਟੀ ਨੂੰ ਲੈ ਕੇ, ਪ੍ਰਧਾਨਗੀ ਨੂੰ ਲੈ ਕੇ, ਅੱਗੇ ਵੀ ਹੁੰਦੀਆਂ ਦਿਖੀਆਂ ਨੇ, ਪਹਿਲਾਂ ਵੀ ਸ਼ਾਇਦ ਅੱਗੇ ਵੀ ਹੁੰਦੀਆਂ ਹੋਣ, ਪਰ ਸਵਾਲ ਇਹ ਹੈ ਕਿ ਦਰਬਾਰ ਸਾਹਿਬ ਦੇ ਵਿੱਚ, ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ, ਉਸ ਹਾਲ ਦੇ ਵਿੱਚ ਜਿੱਥੇ ਸੰਗਤ ਆ ਕੇ ਬੈਠਦੀ ਹੈ, ਜਿੱਥੇ ਮਰਿਆਦਾ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ, ਜਿੱਥੇ ਸਿਮਰਨ ਕੀਤਾ ਜਾਂਦਾ ਬੈਠ ਕੇ, ਉੱਥੇ ਨਹੀਂ ਕੋਈ ਧਿਆਨ ਰੱਖਿਆ ਗਿਆ। ਇਹ ਕਿਹੋ ਜੀ ਪ੍ਰਧਾਨਗੀ ਆ, ਕਿਹੋ ਜੀ ਚੌਧਰ। ਤਾਂ ਅੱਜ ਅਸੀਂ ਚਰਚਾ ਵੀ ਇਸ ਮੁੱਦੇ ਦੇ ਉੱਤੇ ਕੀਤੀ ਹੈ ਔਰ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਕਿ ਆਖਿਰ ਕੀ ਕੁਝ ਪੂਰਾ ਘਟਨਾਕ੍ਰਮ ਉੱਥੇ ਵਾਪਰਿਆ ਸੀ। ਆਪਣਾ ਤਰਕ ਦਿੱਤਾ ਜਾ ਰਿਹਾ ਹੈ। ਜਸਵੰਤ ਸਿੰਘ ਹੋਰਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ। ਤੁਹਾਨੂੰ ਇਹ ਵੀ ਦੱਸ ਦਈਏ ਆਪਣੇ ਦਰਸ਼ਕਾਂ ਨੂੰ ਕਿ ਜਿਹੜੀ ਦੂਜੀ ਧਿਰ ਹੈ, ਜੋ ਸਾਬਕਾ ਪ੍ਰਧਾਨ ਕਹੇ ਜਾਂਦੇ ਨੇ, ਜਿਨ੍ਹਾਂ ਦੇ ਉੱਤੇ ਜਸਵੰਤ ਸਿੰਘ ਜੀ ਇਲਜ਼ਾਮ ਲਗਾ ਰਹੇ ਸੀ, ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਦਾ ਫੋਨ ਸਵਿਚ ਆਫ ਆ ਰਿਹਾ ਹੈ। ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਗੇ ਗੱਲਬਾਤ ਹੋ ਸਕੇ। ਜ਼ਿੰਮੇਵਾਰੀ ਹੁੰਦੀ ਹੈ ਸਾਡੀ ਵੀ ਕਿ ਦੋਵੇਂ ਧਿਰਾਂ ਦੀ ਗੱਲ ਦਰਸ਼ਕਾਂ ਤੱਕ ਪਹੁੰਚ ਸਕੇ। ਪਰ ਸੰਗਤ ਦੇ ਵਿੱਚ ਜਿਹੜਾ ਗੁੱਸਾ ਹੈ, ਉਸ ਤੋਂ ਬਾਅਦ ਹੁਣ ਐਸਜੀਪੀਸੀ ਜਾਂ ਜਥੇਦਾਰ ਸਾਹਿਬ ਕੀ ਐਕਸ਼ਨ ਲੈਂਦੇ ਨੇ, ਉਸ ਦੇ ਉੱਤੇ ਨਜ਼ਰ ਰਹੇਗੀ।